सोहण सिंह बड़बग्गा वालों प्यार भरी जय गुरदेव। हर हफ्ते की तरह आप जी के चरणों के विच जागृति प्रोग्राम लैके हाजिर हाँ। तो आओ सच्चे पातशाह धन धन सतगुरु रविदास महाराज, भगवान वाल्मीकि जी और सच्चे पातशाह गुरु नानक देव जी का ओट आसरा लेंदे हुए प्रोग्राम शुरू करते हैं। इस प्रोग्राम के नाल जिद्दां कि तुहानूं पता ही है, मेरे नाल मेरे सत्कारयोग भाई साहब मोहन लाल गड्डू जी है। जय गुरदेव साहब। तो प्रोग्राम शुरू करने तो पहला आओ पहला असीं एक गाना सुनते हैं, वो बाद दे विच ये प्रोग्राम की शुरुआत करते हैं। लो जी गाना सुनो जी। वांग
ਸਾਹਿਬ ਦੀ ਉਂਗਲੀ ਦਾ ਸਮਝੋ ਸੰਸਦ ਵੱਲ ਇਸ਼ਾਰਾ। ਇਹ ਰਤੂ ਰੰਧਾਵੇ ਦਾ ਲਿਖਿਆ ਹੋਇਆ ਗਾਣਾ ਪ੍ਰੇਮ ਲਤਾ ਜੀ ਨੇ ਗਾਇਆ, ਬੜਾ ਜਸ਼ੀਲਾ ਸੀ, ਸਾਨੂੰ ਬੜਾ ਕੁਛ ਇਹਦੇ ਵਿੱਚ ਸਮਝਾਇਆ ਉਹਨਾਂ ਨੇ। ਅਤੇ ਅੱਜ ਜਿਹੜਾ ਪ੍ਰੋਗਰਾਮ ਹੈ ਜੀ, ਅਸੀਂ ਜਿੱਦਾਂ ਮਹਾਰਾਜ ਨੇ ਕਿਹਾ, ਗੁਰੂ ਨਾਨਕ ਦੇਵ ਨੇ, ਜੇ ਜੀਵੇ ਪਤ ਲੱਥੀ ਜਾਵੇ ਸਭ ਹਰਾਮ ਜੇਤਾ ਕਿਛ ਖਾਏ। ਸੋ ਇਹਦੇ ਬਾਰੇ ਅਸੀਂ ਸਾਡੀ ਕੌਮ ਦੀ ਇੱਕ ਯੋਧਾ ਵੀਰੰਗਨੀ ਜਿਹਨੂੰ ਕਹਿੰਦੇ ਅਸੀਂ ਸੂਰਬੀਰ ਯੋਧਾ ਫੂਲਨ ਦੇਵੀ ਬਾਰੇ ਅਸੀਂ ਕਰਾਂਗੇ ਅੱਜ ਸਾਰਾ ਜਿਹੜੀ ਵਿਚਾਰਾਂ ਆ। ਅਤੇ ਉਹ ਤੋਂ ਪਹਿਲਾਂ ਅਸੀਂ ਜਿਹੜੀਆਂ ਇਸ ਵੀਕ ਦੀਆਂ ਘਟਨਾਵਾਂ ਹੋਈਆਂ ਉਹਨਾਂ 'ਤੇ ਮਾੜੀ ਜਿਹੀ ਨਜ਼ਰ ਮਾਰਦੇ ਹਾਂ। ਅਤੇ ਸਭ ਤੋਂ ਪਹਿਲਾਂ ਤਾਂ ਸਮੂਹ ਜਗਤ ਨੂੰ, ਆਪਣੇ ਸਮਾਜ ਨੂੰ, ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਸੀ ਪਰਸੋਂ 15 ਮਾਰਚ ਨੂੰ, ਅਤੇ ਬਹੁਤ ਬਹੁਤ ਵਧਾਈਆਂ ਹੋਣ। ਅਸੀਂ ਇਹਨਾਂ ਦੀ ਕਦੇ ਵੀ ਅਸੀਂ ਦੇਣਾ ਨਹੀਂ ਦੇ ਸਕਦੇ। ਤਾਂ ਬਾਕੀ ਜਿਹੜੇ ਆ BSP ਦੇ ਜਿਹੜੀ ਖਬਰਾਂ ਆ, ਉਹਦੇ ਜਿਹੜੇ 2 ਲੀਡਰ ਆ, ਗੁਰਲਾਲ ਸੈਲਾ ਅਤੇ ਭਗਵਾਨ ਸਿੰਘ ਚੌਹਾਨ, ਉਹ ਛੱਡ ਗਏ ਪਾਰਟੀ। ਉਹਨਾਂ ਨੇ ਇੱਕ ਹੋਰ ਨਵੀਂ ਪਾਰਟੀ ਮੈਂ ਸੁਣੀ ਹੈ, ਬਹੁਜਨ ਮੁਕਤੀ ਪਾਰਟੀ ਜੁਆਇਨ ਕਰ ਲਈ ਹੈ। ਇਹ ਵੀ ਮੇਰਾ ਖਿਆਲ BSP ਦੇ ਵਿੱਚ ਫੁੱਟ ਪਾਉਣ ਦੇ ਲਈ ਇਹ ਪਾਰਟੀ ਲੱਗਦਾ ਬਣੀ ਹੋਈ ਹੈ। ਅਤੇ ਹੋ ਸਕਦਾ ਹੋਰ ਕਿਸੇ ਨੇ ਇਹਨਾਂ ਨੂੰ ਨਾ ਚੋਗਾ ਪਾਇਆ ਹੋਵੇ ਨਾ ਲੀਡਰਾਂ ਨੂੰ। ਅਤੇ ਜਿਹੜਾ ਹੋਰ ਸਾਰਿਆਂ ਨਾਲੋਂ ਵੱਡੀ ਜਿਹੜੀ ਆ ਹੁਣ ਰੈਲੀ ਹੋਈ ਹੈ ਕੱਲ੍ਹ ਚੰਡੀਗੜ੍ਹ ਦੇ ਵਿੱਚ, ਉੱਥੇ ਅਵਤਾਰ ਸਿੰਘ ਕਰੀਮਪੁਰੀ ਨੂੰ ਜਿਹੜਾ ਇੰਚਾਰਜ ਬਣਾਇਆ ਸੀ ਪੰਜਾਬ ਦਾ, ਉਹਨੂੰ ਕੱਢਤਾ ਮਾਇਆਵਤੀ ਨੇ। ਅਤੇ ਹੁਣ ਨਵਾਂ ਕੋਈ ਨਹੀਂ। ਅਤੇ ਇਹਦੇ ਕਿਉਂ ਨਹੀਂ ਕੋਈ ਜ਼ਿਆਦਾ ਵੀ ਆਇਆ, ਅੱਗੇ 19% ਵੋਟਾਂ ਸੀਗੀਆਂ ਪੰਜਾਬ ਸਾਡੇ BSP ਦੀਆਂ, 1% ਰਹਿ ਗਈ ਹੈ। ਸੋ ਉਹਦੀ ਕਾਰਗੁਜ਼ਾਰੀ ਦੇਖਦਿਆਂ ਉਹਨੂੰ ਬਾਹਰ ਕੱਢਤਾ। ਅਤੇ ਉੱਥੇ ਵੀ ਕਾਫੀ ਅਜੇ ਹੁਣ। ਅਤੇ ਦੂਜਾ ਜੀ ਹੈਗਾ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਗੁਰਦੁਆਰੇ ਵਿੱਚ ਇੱਕ ਦਲਿਤ ਪਰਿਵਾਰ ਨੇ ਵਿਆਹ ਦਾ ਜਿਹੜਾ ਆਨੰਦ ਕਾਰਜ ਰੱਖਿਆ ਸੀ। ਅਤੇ ਉੱਥੇ ਵਿਆਹ ਤੋਂ ਇੱਕ ਦਿਨ ਪਹਿਲਾਂ ਕੋਈ ਮਿਰਗ ਹੋ ਗਈ, ਅਤੇ ਉਹਨੇ ਇਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਹੁਣ ਉੱਧਰ ਕਿਤੇ ਕਰ ਲਓ ਵਿਆਹ, ਇੱਥੇ ਅਸੀਂ ਆਹ ਪ੍ਰੋਗਰਾਮ ਕਰਨਾ। ਅਤੇ ਉਹਦੇ ਵਿਚਾਰੇ ਕਾਫੀ ਅਪਸੈਟ ਹੋਏ ਨਹੀਂ। ਫਿਰ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ, ਇਸ ਗੁਰੂ ਘਰ 'ਚ ਪਹਿਲਾਂ ਵੀ ਹੋ ਚੁੱਕਿਆ। ਕਹਿੰਦੇ ਆ ਬਰਾਬਰਤਾ ਹੈ ਜੀ, ਸਿੱਖਾਂ ਦੇ ਵਿੱਚ ਬਰਾਬਰ ਆ ਸਾਰੇ ਹੀ। ਅਤੇ ਜਦੋਂ ਇੱਦਾਂ ਦੇ ਮਸਲੇ ਆਉਂਦੇ ਆ, ਬਾਹਰ ਆ ਰਹੇ ਆ, ਅਤੇ ਇਹ ਵੀ ਸਾਡੇ ਲਈ ਬੜਾ। ਅਤੇ ਦੂਜੀ ਜਿਹੜੀ ਭੀਮ ਆਰਮੀ ਆ, ਚੰਦਰ ਸ਼ੇਖਰ ਆਜ਼ਾਦ ਰਾਵਣ ਜਿਹਨੇ, ਉਹਨੂੰ ਇਲਾਹਾਬਾਦ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ, ਬੇਲ 'ਤੇ ਆ ਗਿਆ ਸੀ। ਪਰ ਉਹਦੇ ਕੁਝ ਘੰਟਿਆਂ ਬਾਅਦ ਹੀ UP ਗੌਰਮੈਂਟ ਨੇ ਫਿਰ ਉਹਨੂੰ ਅਰੈਸਟ ਕਰ ਲਿਆ। ਨੈਸ਼ਨਲ ਸਿਕਿਉਰਿਟੀ ਐਕਟ NSA ਬੜਾ ਬਹੁਤ ਸੀਰੀਅਸ ਚਾਰਜ ਦਿੰਦਾ ਇਹ। ਅਤੇ ਉਹਦਾ ਕੈਰੀਅਰ ਹੋ ਸਕਦਾ ਖਰਾਬ ਹੋਵੇ। ਅਤੇ ਸਾਡੇ ਜਿੰਨੇ ਵੀ ਲੀਡਰ ਆ ਸਾਡੀ ਕੌਮ ਦੇ, ਪਲੀਜ਼ ਇਹਦੇ ਬਾਰੇ ਜ਼ਰੂਰ ਕਰਨਾ। ਇਹ ਸਾਡੇ ਯੋਧੇ ਆ, ਯੰਗ ਬਲੱਡ ਆ, ਬਹੁਤ ਕੁਛ ਕਰ ਰਹੇ ਆ। ਅਤੇ ਇੱਕ ਹੋਰ ਜਿਹੜੀ ਮੈਨੂੰ ਬੜਾ ਹੋਇਆ ਵੀ ਆ ਜਿਹੜਾ ਹੁਣ ਨਾ ਸ਼ਾਇਦ ਗੋਰਿਆਂ ਵੱਲ ਦੇਖ ਕੇ ਜਾਂ ਕੋਈ ਗੁਰਬਾਣੀ ਵੱਲ ਦੇਖ ਕੇ ਰੋਟੀ ਬੈਂਕ ਸ਼ੁਰੂ ਹੋਇਆ ਜੀ ਮੁਹੇਬਾ ਏਰੀਆ ਬੰਦੇਲਖੰਡ ਦੇ ਵਿੱਚ। ਉੱਥੇ ਘੱਟੋ ਘੱਟ 400, ਇਹ ਮੁਸਲਮਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਜੀ, 400 ਪਰਿਵਾਰ ਆ। ਹਰ ਇੱਕ ਜਿਹੜਾ ਬੰਦਾ ਜਦੋਂ ਦੁਪਹਿਰ ਨੂੰ ਰੋਟੀ ਬਣਾਉਣਾ, 2-2 ਰੋਟੀਆਂ ਉਹਨੇ ਉਸ ਬੈਂਕ ਦੇ ਵਿੱਚ ਜਮ੍ਹਾਂ ਕਰਾਉਣੀਆਂ, ਉੱਥੇ ਪੈਕ ਕਰਕੇ ਉਹਨਾਂ ਨੂੰ ਜਿਹੜੇ ਇੱਦਾਂ ਕੋਈ ਫੁੱਟਪਾਥ 'ਤੇ ਪਿਆ, ਕੋਈ ਗਰੀਬ ਆ, ਕੋਈ ਅੰਨਾ ਆ, ਕੋਈ ਅਪਾਹਜ ਆ, ਉਹਨਾਂ ਨੂੰ ਦਿੰਦੇ ਆ। ਅਤੇ ਇਹ ਬੜਾ ਚੰਗਾ ਗੱਲ। ਅਤੇ ਹਾਂਜੀ, ਮੈਂ ਹੁਣ ਆਪ ਜੀ ਵੱਲ ਆਉਣਾ। ਗੱਡੂ ਸਾਹਿਬ, ਆ ਜਿਹੜੀਆਂ ਦੱਸੀਆਂ ਘਟਨਾਵਾਂ, ਇਹਨਾਂ ਬਾਰੇ ਰਿਐਕਸ਼ਨ ਦਿਓ। ਸਤਿਕਾਰਯੋਗ ਕਾਸ਼ੀ TV ਦੇ ਨਾਲ ਜੁੜ ਕੇ ਬੈਠੇ ਸਾਰੇ ਹੀ ਭੈਣਾਂ ਵੀਰਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਜੈ ਗੁਰਦੇਵ। ਮਸਲਾ ਅੱਜ ਦਾ ਵੀ ਬੜਾ ਸੋਹਣਾ ਬੜਬਾਗਾ ਸਾਹਿਬ ਉਹਨਾਂ ਨੇ ਲਿਆਂਦਾ, ਜੋ ਉਹਨਾਂ ਨੇ ਅੱਜ ਨਿਊਜ਼ ਤੁਹਾਨੂੰ ਦਿੱਤੀਆਂ ਨੇ। ਬੜੀ ਖੁਸ਼ੀ ਆ ਕਿ ਕੌਮ ਕੁਛ ਜਾਗੇ ਆ। ਬਾਬੂ ਕਾਂਸ਼ੀ ਰਾਮ ਹੋਣਾ ਨੂੰ ਜੋ ਉਹਨਾਂ ਨੇ ਸ਼ਰਧਾਂਜਲੀਆਂ ਪੇਸ਼ ਕੀਤੀਆਂ, ਉਹਨਾਂ ਦਾ ਬਰਥਡੇ ਮਨਾਇਆ, ਉਹ ਇੱਕ ਬਹੁਤ ਹੀ ਵੱਡੀ ਅੱਛੀ ਸੋਚ ਆ। ਔਰ ਜਿੱਥੋਂ ਤੱਕ ਮੈਂ ਸੋਚਦਾ ਕਿ ਜੋ ਰੈਗੂਲੇਸ਼ਨ ਬਾਬੂ ਕਾਂਸ਼ੀ ਰਾਮ ਜੀ ਹੋਣਾ ਨੇ ਲਿਆਂਦਾ ਜੀ, ਕੌਮ ਨੂੰ ਇਸ਼ਾਰਾ ਕੀਤਾ, ਜਗਾਇਆ, ਉਹਦੀ ਕੋਈ ਕੀਮਤ ਪਾਉਣੀ ਇਸ ਜ਼ਮਾਨੇ ਦੇ ਵਿੱਚ ਥੋੜ੍ਹੀ ਆ। ਜਿਸ ਤਰ੍ਹਾਂ ਉਹਨਾਂ ਨੇ ਪਾਰਟੀ ਨੂੰ ਇਕੱਠੀ ਕਰਕੇ ਇੱਕ ਤਾਂ ਲਿਆ ਕੇ ਪਲੇਟਫਾਰਮ 'ਤੇ ਖੜ੍ਹਾ ਕੀਤਾ, ਔਰ ਦੁਨੀਆ ਦੇ ਵਿੱਚ ਪਹਿਲੀ ਮੈਂ ਮਿਸਾਲ ਦੇਖੀ ਆ। ਉਹ ਕਾਫੀ ਲੀਡਰ ਪਹਿਲਾਂ ਹੋਏ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਲੇਕਿਨ ਜਿਹੜਾ ਬਾਬੂ ਕਾਂਸ਼ੀ ਰਾਮ ਉਹਨਾਂ ਨੇ ਸਾਡੇ ਗਰੀਬਾਂ ਲਈ ਕੀਤਾ ਨਾ, ਉਹ ਹੋਰ ਕਿਸੇ ਨੇ ਨਹੀਂ ਸਟੈਪ ਚੱਕਿਆ ਨਹੀਂ। ਇਹ ਬਦਕਿਸਮਤੀ ਆ ਕਿ ਆਪੋ ਵਿੱਚ ਹੀ ਹੁਣ ਕੁਛ ਥੋੜ੍ਹੇ ਜਿਹਾ ਦੂਏ ਪਾਸੇ ਨੂੰ ਹੋ ਜਾਂਦੇ ਆ। ਹਾਂ, ਕਰੀਮਪੁਰੀ ਸਾਹਿਬ ਹੋਣਾ ਦਾ ਤੁਸੀਂ ਜ਼ਿਕਰ ਕੀਤਾ, ਇਹਦਾ ਤਾਂ ਕਾਫੀ ਦੇਰ ਪਹਿਲਾਂ ਹੀ ਪਤਾ ਸੀ ਕਿ ਇਹਦਾ ਸਟੈਂਡ ਕੀ ਆ। ਇਹ ਜ਼ਰੂਰ ਭੈਣ ਮਾਇਆਵਤੀ ਨੂੰ ਪਹਿਲਾਂ ਹੀ ਚਾਹੀਦਾ ਸੀ ਕਿ ਇਹਨੂੰ ਕੋਈ ਇਹਦਾ ਪਤਾ ਸਾਫ਼ ਕਰ ਦਿੰਦੇ। ਹੋਇਆ ਚਲੋ ਦੂਰ ਆਏ ਦਰੁਸਤਾ ਵਾਲੀ ਗੱਲ ਹੈਗੀ ਆ।
ਹੁਣ ਅੱਗੇ ਤੋਂ ਜਿਹੜਾ ਆਪਣਾ ਪੰਜਾਬ ਦਾ ਮਸਲਾ ਖਾਸ ਕਰਕੇ ਉਹਦੇ ਲਈ ਬਹੁਤ ਜਿਹੜੀ ਬਹੁਜਨ ਸਮਾਜ ਪਾਰਟੀ ਉਹਨੂੰ ਸੋਚਣ ਦੀ ਲੋੜ ਆ, ਕਿਉਂਕਿ ਲੀਡਰ ਬਹੁਤ ਆ, ਕੰਮ ਕਰਨ ਵਾਲੇ ਥੋੜ੍ਹੇ ਆ। ਮੈਂ ਆਉਣਾ ਮੂਹਰੇ ਅੱਗੇ ਆ ਕੇ ਕੁਝ ਕਰਨਾ ਇਹਨਾਂ ਦਾ ਜਿਹੜੇ ਹੈ ਨਹੀਂ। ਲੀਡਰ ਛੱਡ ਗਏ ਆ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਉਹਨਾਂ ਨੂੰ ਵਡਭੱਗਾ ਸਾਹਿਬ ਮੁਸ਼ਕਿਲ ਆ, ਕਿਉਂਕਿ ਕਿਤੇ ਨਾ ਕਿਸੇ ਪਾਸਿਓਂ ਚਾਰਾ ਜਿਹੜਾ ਪੈ ਜਾਂਦਾ ਨਾ ਜਦੋਂ, ਉਹ ਉਹਨਾਂ ਨੂੰ ਟਿਕਣ ਨਹੀਂ ਦਿੰਦਾ। ਔਰ ਇਹ ਵੀ ਇੱਕ ਬਿਲਕੁਲ ਚੀਂਦੀ ਜਾਗਦੀ ਮਿਸਾਲ ਆ ਕਿ ਜਿਹੜਾ ਵੀ ਇਨਸਾਨ ਲੀਡਰ ਗਰੀਬਾਂ ਦੇ ਵਿੱਚ ਆਪਣੇ ਵਿੱਚੋਂ ਹੋਇਆ ਜੀ, ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਟੈਕਲ ਕਰ ਲੈਂਦੇ ਆ। ਵਿਕ ਜਾਂਦਾ ਹੈ ਜਾਂ ਜ਼ੋਰ ਨਾਲ ਜਾਂ ਮਾਇਆ ਦੇ ਲਾਲਚ ਦੇ ਵਿੱਚ ਆਣ ਕੇ ਉਹ ਹੁੰਦਾ ਹੀ ਹੁੰਦਾ ਆ। ਔਰ ਹਿਸਟਰੀ ਵੀ ਇਸ ਚੀਜ਼ ਦੀ ਗਵਾਹ ਆ ਕਿ ਹੋਈ ਵੀ ਹੈ ਹੋਈ ਸਾਡੇ। ਹੈ ਬਿਲਕੁਲ। ਸਾਡੇ ਵਿਕ ਜਾਂਦੇ ਬੰਦੇ ਜਿਹੜੇ, ਇਸ ਕਰਕੇ ਜਿਹੜਾ ਹੈਗਾ ਉਹ ਸਟੈਪ ਚੱਕਣਾ ਬਹੁਤ ਲਾਜ਼ਮੀ ਆ। ਔਰ ਮੈਨੂੰ ਖੁਸ਼ੀ ਆ, ਮੈਂ ਦੇਖਦਾ ਵੀ ਹੁੰਨਾ ਕਈ ਵਾਰੀ ਕਿ ਜਿਹੜੀ ਉਹ ਟਾਈਗਰ ਫੋਰਸ ਮੁੰਡਿਆਂ ਦੀ ਬਣੀ ਹੈ ਨਾ, ਆ ਵੈਰੀ ਮੱਚ ਐਪਰੀਸ਼ੀਏਟ ਕਿ ਜਿਸ ਤਰ੍ਹਾਂ ਉਹ ਕਿਸੇ ਨੁਕਸਾਨ ਅੱਜ ਡਾਕਟਰ ਸਾਹਿਬ ਹੁਣਾਂ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਂਦੇ ਆ, ਜਾਂ ਪ੍ਰੋਗਰਾਮ ਹੋਏ ਆ ਗੁਰੂ ਰਵਿਦਾਸ ਜੀ ਮਹਾਰਾਜ ਦੇ, ਉਹਨਾਂ ਨੇ ਉਹਨੂੰ ਛੇੜਛਾੜੀ ਕੀਤੀ ਹੈ। ਉਹਨਾਂ ਨੇ ਇੱਕਦਮ ਜਾ ਕੇ ਐਕਸ਼ਨ ਲੈ ਕੇ ਉਹਨਾਂ ਨੂੰ ਚੁੱਪ ਕਰਾਇਆ ਔਰ ਐਨ ਫਤਿਹ ਕੀਤਾ। ਉਹਨੀ ਮੂਵਮੈਂਟ ਹੈ ਚੱਲਦੀ, ਲੇਕਿਨ ਉਹਨਾਂ ਨੂੰ ਇੰਨਾ ਆਪਣਾ ਬੈਕ ਵੀ ਹੈ ਨਹੀਂ। ਆਪਣੀ ਕਮਿਊਨਿਟੀ ਦੀ ਸਾਰੀ ਦੀ ਐਜ਼ ਏ ਹੋਲ ਨਾ ਉਹਨਾਂ ਨੂੰ ਬੈਕ ਚਾਹੀਦੀ ਆ। ਸਾਹਿਬ ਕਾਂਸ਼ੀ ਰਾਮ ਦਾ ਦੇਣਾ ਆਪਣੇ ਇੰਡੀਆ ਦੀ ਸਾਰਿਆਂ ਨਾਲੋਂ ਵੱਡੀ ਸਟੇਟ ਯੂਪੀ, ਜਿੱਥੇ ਕਿ ਇਹਨਾਂ ਦਾ ਹਿੰਦੂਆਂ ਦਾ ਗੜ੍ਹ, ਇੱਕ ਚਮਾਰਾਂ ਦੀ ਕੁੜੀ ਨੂੰ ਚੀਫ ਮਿਨਿਸਟਰ, ਉਹ ਵੀ 3 ਵਾਰੀ 4 ਵਾਰੀ, ਕਿੱਡੀ ਵੱਡੀ ਪ੍ਰਾਪਤੀ ਆ, ਕੋਈ ਨਹੀਂ ਕਰ ਸਕਦਾ ਸੀ। ਇਹ ਸਾਰਾ ਹੀ ਸਾਹਿਬ ਨੂੰ ਉਹਨੂੰ ਸਲਾਮ ਆ ਸਾਡੇ ਵੱਲੋਂ। ਬਿਲਕੁਲ ਜੀ, ਬਿਲਕੁਲ ਬਿਲਕੁਲ। ਉਹ ਇੱਕ ਬਹੁਤ 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 ਦੇਣ ਆ, ਹਮੇਸ਼ਾ ਉਹਨੂੰ ਯਾਦ ਰੱਖਣਾ ਚਾਹੀਦਾ। ਸਾਡੇ ਤੇ ਆਪਣੇ ਕਿਸੇ ਐਸੀ ਲਾਈਨ ਹੀ ਕੁਦਰਤ ਨੇ ਦਿੱਤੀ ਹੈ। ਮੇਰਾ ਭਤੀਜਾ ਇਹਦੇ ਵਿੱਚ ਕਾਫੀ ਦੂਰ ਤੱਕ ਚਲੇ ਗਿਆ। ਉਹ ਇੱਥੋਂ ਆਇਆ ਸੀ, ਮਿਲਣ ਕੈਨੇਡਾ 'ਚ ਹੋਏ ਆ ਸੈਟਲ, ਕੈਨੇਡਾ 'ਚ ਇੱਥੇ ਉਹਨੂੰ ਕਾਸ਼ੀ ਚਲੇ ਗਿਆ, ਆਪਣੇ ਗਿਆ ਸੀ ਉੱਥੇ ਦਿੱਲੀ ਗਏ ਸੀ ਨਾ ਜਦੋਂ ਪ੍ਰੋਗਰਾਮ ਹੋਇਆ, ਕਹਿੰਦਾ ਆਪਣੇ ਪੰਜਾਬ ਦੇ ਵਿੱਚ ਚੰਡੀਗੜ੍ਹ ਜੀ ਕਾਫੀ ਉਹਦਾ ਜਿਹੜਾ ਪਾਰਟ ਵਾ ਕਾਫੀ ਪਲੇ ਕਰ ਰਿਹਾ। ਔਰ ਇਹ ਖੁਸ਼ੀ ਦੀ ਗੱਲ ਹੈ ਕਿ ਆਪਣੇ ਉੱਥੇ ਗ੍ਰਹਿ ਵੇਖੇ ਵੀ ਬਾਬੂ ਕਾਂਸ਼ੀ ਰਾਮ ਹੋਣੀ, ਮੈਂ ਦੇਖੀਆਂ ਜਾ ਕੇ ਫੋਟੋਆਂ, ਕਿਉਂਕਿ ਮੈਂ ਤਾਂ ਇੱਥੇ ਹਾਂ, ਉੱਥੇ ਕਾਫੀ ਇਹ ਕੁਛ ਰੈਸਟ ਕਰਦੇ ਰਹੇ ਆਣ ਕੇ। ਅੱਛਾ, ਉਹਨਾਂ ਨੇ ਇਹਨਾਂ ਨੂੰ ਸੈਕਟਰੀ ਬਣਾਇਆ ਉੱਥੇ ਸਾਡੀ ਤਹਿਸੀਲ ਦੇ ਵਿੱਚ ਮੁੰਡੇ ਨੂੰ, ਫਿਰ ਹੁਣ ਗਾਂ ਅੱਗੇ ਚਲੇ ਗਿਆ। ਹੁਣ ਆਇਆ ਸੀ ਇੱਥੇ ਤੇ ਬੜਾ ਉਹ ਕੋਸ਼ਿਸ਼ ਹੋ ਰਹੀ ਹੈ ਸਾਡੇ ਵੱਲੋਂ ਵੀ, ਕੁਦਰਤੀ ਦਇਆ ਆ ਕੁਛ, ਅਸੀਂ ਵੀ ਉਹਨੂੰ ਸਪੋਰਟ ਕਰਦੇ ਹਾਂ। ਤੇ ਇਸੇ ਤਰ੍ਹਾਂ ਵੈਸੇ ਉਹ ਗੱਲ ਨਹੀਂ ਹੁਣ ਬਣਨੀ ਮੁੜ ਕੇ ਬੀਐਸਪੀ ਦੀ, ਮੈਨੂੰ ਲੱਗਦਾ ਕੋਈ 400 ਉਹ ਜਿਹੜਾ ਹੈ ਨਾ, ਦੇਖ ਲਓ ਤੁਸੀਂ, ਉਹ ਐਡੀ ਵੱਡੀ ਤਾਕਤ ਆ, ਚਾਹੇ ਆਰਐਸਐਸ ਲੈ ਲਓ, ਚਾਹੇ ਕਾਂਗਰਸ ਲੈ ਲਓ, ਚਾਹੇ ਦੂਸਰੀ ਅਕਾਲੀ ਪਾਰਟੀ, ਕੋਈ ਵੀ ਲੈ ਲਓ, ਉਹਨਾਂ ਨੂੰ ਪਤਾ ਹੈ ਉਹ ਇੱਥੋਂ ਤੱਕ ਜਾ ਚੁੱਕੇ ਆ। ਜਦੋਂ ਵੀ ਕੋਈ ਦੇਖਦੇ ਆ ਵੀ ਇਹ ਬੰਦਾ, ਹੁਣ ਤੁਹਾਡੇ ਸਾਹਮਣੇ ਮਿਸਾਲਾਂ ਆ, 2 ਬੰਦੇ ਆਪਣੇ ਬੂਟਾਂ ਤੋਂ ਸੀ ਪੈਸੇ ਉਹਨਾਂ ਕੋਲ ਆ, ਕੀ ਉਹਨਾਂ ਦੇ ਕੋਲ ਘੱਟ ਆਇਆ। ਬਹੁਜਨ ਸਮਾਜ ਪਾਰਟੀ ਕੋਲੋਂ ਪੈਰਾਂ ਤੋਂ ਖੜੇ ਹੋ ਕੇ ਉਹਨੇ ਗੇਮ ਕੀਤੀ, ਜਿੱਤੇ ਆ। ਦੂਸਰੇ ਦਿਨ ਹੀ ਉਹਨੇ ਜਾ ਕੇ ਉਹਨਾਂ ਨੇ ਜਾ ਕੇ ਪੈਂਤੜਾ ਬਦਲ ਲਿਆ। ਦੇਖੋ ਜੀ, ਨਹੀਂ ਉਹ ਯੂਪੀ ਦੇ ਵਿੱਚ ਬੀਐਸਪੀ ਨੇ ਸਮਝੌਤਾ ਕੀਤਾ ਸੀ ਮੇਰੇ ਖਿਆਲ ਸਮਾਜਵਾਦੀ ਪਾਰਟੀ ਨਾਲ, ਅਖਿਲੇਸ਼ ਯਾਦਵ, ਤੇ ਉੱਥੇ ਉਹਨੇ ਗੋਰਖਪੁਰ ਤੇ ਫੂਲਪੁਰ ਦੀਆਂ ਸੀਟਾਂ ਤੋਂ ਜਿੱਤ ਗਏ। ਜਿਹੜੇ ਕਹਿੰਦੇ ਸੀ ਕੱਟ ਲੋਹੇ ਦੀ ਲੱਠ, ਅਸਰ ਹੋਇਆ। ਇਹ ਬਹੁਤ ਜ਼ਰੂਰੀ ਸੀ ਕਿ ਜਿਹੜੀ ਆਪਣੀ ਪਾਰਟੀ ਹੈ, ਠੀਕ ਹੈ, ਆਪਣੀ ਭੈਣ ਮਾਇਆਵਤੀ ਨੂੰ ਉਹਨਾਂ ਨੇ 2-3 ਵਾਰੀ 4 ਵਾਰੀ ਆਪਣੇ ਚੀਫ ਮਿਨਿਸਟਰ ਬਣੇ ਆ। ਕੁਛ ਜ਼ਰੂਰੀ ਖਿਆਲ 'ਚ ਰੱਖਣ ਦੀ ਲੋੜ ਸੀ ਕਿ ਉਹ ਇੰਨੀਆਂ ਵੱਡੀਆਂ ਤਾਕਤਾਂ ਵਾਲੇ ਦੁਆਲੇ ਆ, ਲੋੜ ਆਪਾਂ ਨੂੰ ਜਾਂ ਕਿਸੇ ਤੋਂ ਸਾਥ ਲਓ, ਚਾਹੇ ਸਾਥ ਕਿਸੇ ਨੂੰ ਦਿਓ, ਗਿਵ ਐਂਡ ਟੇਕ ਦੀ ਪੋਜ਼ਿਟਿਵ ਪਾਲਿਸੀ ਕਰਕੇ, ਜਿਸ ਤਰ੍ਹਾਂ ਹੁਣ ਉਹ ਸਮਾਜਵਾਦੀ ਪਾਰਟੀ ਨਾਲ ਮਿਲ ਕੇ ਇਹਨਾਂ ਨੇ ਕੰਮ ਕੀਤਾ, ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਚਾਹੀਦਾ ਪਾਰਟੀ ਨੂੰ, ਕਿਉਂਕਿ ਆਪਣੇ ਪੈਰਾਂ ਦੇ ਉੱਤੇ ਆਈ ਮੇਰੀ ਸੋਚਣੀ ਹੈ ਕਿ ਨਹੀਂ ਕਾਮਯਾਬ ਹੋ ਸਕਦੇ। ਕਿਸੇ ਨਾ ਕਿਸੇ ਪਾਸੇ ਇਹਨਾਂ ਨੂੰ ਜ਼ਰੂਰ ਭਾਈਵਾਲ ਬਣਨਾ ਪੈਣਾ, ਤਾਂ ਕਿ ਔਰ ਜਿਹੜੇ ਅੱਗੇ ਲਿਆਉਣੇ ਆ ਬੰਦੇ ਉਹ ਇੰਨੇ ਸਾਫ ਸੁਥਰੇ ਹੋਣੇ ਵੀ ਚਾਹੀਦੇ ਆ, ਕੁਛ ਤਾਂ ਕਰਕੇ ਦਿਖਾ ਦੇਣ। ਬਿਲਕੁਲ ਬਿਲਕੁਲ। ਚਲੋ ਜੀ, ਅਸੀਂ ਜਿਹੜਾ ਅੱਜ ਦਾ ਮੇਨ ਪ੍ਰੋਗਰਾਮ ਆ
ਵਾਹ। ਆਪਣੀ ਜਿਹੜੀ ਯੋਧਾ ਇੱਕ ਇੰਨੀ ਮਹਾਨ ਹੋਈ ਆ, ਅਸੀਂ ਉਹਦੇ ਬਾਰੇ ਅੱਜ ਫੂਲਨ ਦੇਵੀ, ਵਿਰਾਂਗਨੀ ਫੂਲਨ ਦੇਵੀ, ਉਹਦੇ ਬਾਰੇ ਅਸੀਂ ਅੱਜ ਪ੍ਰੋਗਰਾਮ ਕਰਨਾ। ਤੇ ਆ ਦੇਖੋ, ਅਸੀਂ ਜੇ ਆਪਣੇ ਯੋਧਿਆਂ ਨੂੰ, ਜਿਨ੍ਹਾਂ ਨੂੰ ਕੋਈ ਨਾਂ ਨਹੀਂ ਲੈਂਦਾ, ਨਾਂ ਲੈਣਾ ਕਿਸੇ ਨੇ, ਅਸੀਂ ਸਾਡਾ ਆਪਣਾ ਚੈਨਲ ਆ, ਸਾਡਾ ਮੀਡੀਆ ਆ, ਅਸੀਂ ਇੱਥੇ ਬੈਠ ਕੇ ਬੜੇ ਫਖਰ ਨਾਲ ਤੁਹਾਡੇ ਤੇ ਪਹੁੰਚਾਉਂਦੇ ਆ। ਸ਼ਾਇਦ ਮੈਂ ਇਹ ਨਹੀਂ ਕਹਿੰਦਾ ਸਾਨੂੰ ਵੀ, ਤੁਹਾਨੂੰ ਵੀ ਪਤਾ ਹੋਣਾ, ਇਹਨਾਂ ਨੂੰ ਕਿਸੇ ਨੇ ਯਾਦ ਨਹੀਂ ਕਰਨਾ। ਇਹ ਸਾਡਾ ਮੀਡੀਆ ਆ, ਤੁਸੀਂ ਜੁੜੋ ਇਹਦੇ ਥਰੂ। ਅਸੀਂ ਆਪਣੇ ਜਿਹੜੇ ਜਿੰਨੇ ਵੀ, ਮੇਰਾ ਇਹ ਏਮ ਆ ਕਿ ਸਾਡੇ ਜਿੰਨੇ ਵੀ ਵੱਡੇ ਵੱਡੇ ਯੋਧੇ ਮਹਾਂਪੁਰਸ਼ ਹੋਏ ਆ, ਲੀਡਰ ਹੋਏ ਆ, ਅਸੀਂ ਉਹਨਾਂ ਨੂੰ ਲਿਆਈਏ, ਉਜਾਗਰ ਕਰੀਏ, ਕਿਉਂਕਿ ਹੋਰ ਤਾਂ ਕਿਤੇ ਦੱਸਣਾ ਹੀ ਨਹੀਂ ਕਿਸੇ ਨੇ। ਸੋ ਆਓ ਅੱਜ ਆਪਾਂ ਵਿਰਾਂਗਨੀ ਫੂਲਨ ਦੇਵੀ ਦੇ ਬਾਰੇ ਗੱਲ ਕਰੀਏ। ਇਹਨਾਂ ਦਾ ਜਨਮ ਜੀ 1963 ਦੇ ਵਿੱਚ ਉੱਤਰ ਪ੍ਰਦੇਸ਼ ਦੇ ਪਿੰਡ ਪੁਰਵਾ ਵਿੱਚ ਹੋਇਆ। ਇਹ ਮਲਾਹ ਜਾਤ ਇਹਨਾਂ ਦੀ ਸੀ। ਉੱਥੇ ਜਿਹੜੇ ਨਾ ਮਲਾਹ ਆ, ਇਹਨਾਂ ਦੀਆਂ 17 ਜਾਤਾਂ ਆ ਛੋਟੀਆਂ ਛੋਟੀਆਂ, ਅਤੇ ਇਹ ਰਹਿੰਦੇ ਆ ਜਿਹੜੇ ਉੱਥੇ ਦਰਿਆ ਹੈ ਨਾ, ਜਮਨਾ ਅਤੇ ਇੱਕ ਹੋਰ ਦਰਿਆ ਆ, ਉਹਦੇ ਨਾਲ ਨਾਲ ਰਹਿੰਦੇ ਆ। ਇਹ ਮੱਛੀਆਂ ਫੜਨੀਆਂ, ਵੇਚਣੀਆਂ, ਹੋਰ ਇੱਦਾਂ ਦੇ ਕੰਮ ਜਿਹੜੇ ਆ, ਛੋਟੀਆਂ ਛੋਟੀਆਂ ਜੋਬਾਂ, ਗੰਦੀਆਂ ਜੋਬਾਂ ਕਰਦੇ ਸੀ। ਅਤੇ ਇਹ ਜਿਹੜੇ ਮਲਾਹ ਆ, ਇਹ ਬਿਹਾਰ, ਯੂਪੀ, ਮੱਧ ਪ੍ਰਦੇਸ਼, ਨੇਪਾਲ, ਬੰਗਲਾਦੇਸ਼ ਵਿੱਚ ਵੀ ਹੈਗੇ। ਅਤੇ ਯੂਪੀ ਦੇ ਵਿੱਚ ਜਿਹੜੇ ਸ਼ਡਿਊਲਡ ਕਾਸਟ, ਸ਼ਡਿਊਲਡ ਟਰਾਈਬ ਆ, ਇਹਨਾਂ ਦੀਆਂ 61 ਜਾਤਾਂ ਹੈ ਜੀ ਜਿਹੜੀਆਂ ਰਜਿਸਟਰ ਹੋਈਆਂ। ਅਤੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜੀ ਇਹ ਮਲਾਹ ਜਾਤ ਵਾ, ਅਤੇ ਇਹ 5 ਭੈਣਾਂ ਅਤੇ ਇੱਕ ਭਰਾ ਆ, ਭਰਾ ਸੀ ਇਹਨਾਂ ਦਾ, ਫੂਲਨ ਦੇਵੀ ਦਾ। ਇਹਦਾ ਨੰਬਰ ਦੂਜਾ ਸੀਗਾ, ਦੂਜੇ ਨੰਬਰ 'ਤੇ ਫਰੋਮ ਟਾਪ। ਅਤੇ ਇਹਦਾ ਦੇਖੋ, ਇਹਦੇ ਜਿਹੜੇ ਜ਼ੁਲਮਾਂ ਦੀ ਸ਼ੁਰੂਆਤ ਕਿੱਥੋਂ ਹੋਈ। ਜੇ 11 ਸਾਲ ਦੀ ਹੋਈ ਤਾਂ ਇਹਦਾ ਵਿਆਹ ਕਰਤਾ ਕੋਈ 25 ਸਾਲ ਇਹ ਤੋਂ ਵੱਡੇ ਉਮਰ ਦੇ ਨਾਲ ਬੰਦੇ ਨਾਲ, ਜਾਂ ਕਈ ਤਾਂ ਕਹਿੰਦੇ ਵੇਚੀ ਗਈ ਆ ਇਹ। ਪੁੱਤੀ ਲਾਲ ਸੀ ਉਸ ਬੰਦੇ ਦਾ, ਜਿਹੜਾ ਪਹਿਲਾ ਹਸਬੈਂਡ ਸੀ। ਉਹਨੇ ਫਿਰ ਲਿਜਾ ਕੇ, ਹਾਲਾਂਕਿ ਬਾਲੜੀ ਨੂੰ, ਇੱਕ ਬੱਚੀ ਨੂੰ 10-11 ਸਾਲ ਦੇ ਨੂੰ ਕੀ ਪਤਾ ਹੁੰਦਾ ਵਿਆਹ ਕੀ, ਉਹਨੇ ਇੰਨੇ ਜ਼ੁਲਮ ਢਾਏ ਇਹਦੇ ਉੱਤੇ, ਅਤੇ ਬਹੁਤ ਵਿਚਾਰੀ ਦੇ ਬਹੁਤ। ਫਿਰ ਇਹ ਅਖੀਰ ਨੂੰ ਉੱਥੋਂ ਨੱਠ ਕੇ ਘਰ ਆ ਗਈ। ਅਤੇ ਜਦੋਂ ਹੁਣ ਜਿਹੜੀ ਇੱਕ ਲੜਕੀ ਔਰਤ ਵਿਆਹੀ ਹੋਈ, ਜਦੋਂ ਘਰ ਆਉਂਦੀ ਆ, ਫਿਰ ਉਹਨੂੰ ਸਾਰੇ ਹੀ ਬੜੀਆਂ ਭੈੜੀਆਂ ਨਜ਼ਰਾਂ ਨਾਲ ਦੇਖਦੇ ਆ, ਉਹਦਾ ਸਤਿਕਾਰ ਨਹੀਂ ਉਹ। ਅਤੇ ਉੱਥੇ ਉਹਦੇ ਵਿੱਚ ਜੀਣਾ ਹਰਾਮ ਕਰਤਾ ਆਲੇ ਦੁਆਲੇ ਦੇ ਲੋਕਾਂ ਨੇ। ਅਤੇ ਫਿਰ ਅਜੇ 14 ਸਾਲ ਦੀ ਜਦੋਂ ਹੋਈ ਤਾਂ ਕੋਈ ਕੇਸ ਹੋ ਗਿਆ, ਕੋਈ ਲਾਗੇ ਕਿਤੇ ਚੋਰੀ ਦਾ, ਉਹਦੇ ਵਿੱਚ ਪੁਲਿਸ ਨੇ ਇਹਨੂੰ ਚੱਕ ਕੇ ਲੈ ਗਏ, ਪੁਲਿਸ ਵਾਲੇ। ਅਤੇ ਉੱਥੇ ਇਹਨੂੰ 5 ਦਿਨ ਰੱਖਿਆ। ਇਹਦੇ ਨਾਲ ਗੈਂਗ ਰੇਪ ਸਾਰੇ ਪੁਲਿਸ ਵਾਲਿਆਂ ਨੇ ਰੋਜ਼ ਹੀ, ਅਤੇ ਇਹਨੂੰ ਕੁੱਟਣਾ ਮਾਰਨਾ, ਇਹਦੇ ਬਾਲ ਪੱਟਣੇ। ਅਤੇ ਇਹਦੀ ਜਾਣੀ ਉੱਥੋਂ ਸ਼ੁਰੂ ਹੋਈ ਹੈ। ਅਤੇ ਕੁਛ ਨਹੀਂ ਲੱਭਾ ਉਹਨਾਂ ਨੂੰ, ਨਹੀਂ ਫਿਰ ਇਹਨੂੰ ਛੱਡ ਦਿੱਤਾ। ਅਤੇ ਫਿਰ ਘਰ ਆਈ 1979 ਦੇ ਵਿੱਚ ਇੱਕ ਉੱਥੇ, ਕਿ ਉਹ ਜਿਹੜਾ ਏਰੀਆ ਹੈ ਨਾ, ਚੰਬਲ ਘਾਟੀ ਜਿਹਨੂੰ ਕਹਿੰਦੇ ਆ, ਇਹ ਉੱਥੇ ਅੱਗੇ ਬਹੁਤ ਹੁੰਦੀਆਂ ਸੀ ਗੈਂਗਾਂ, ਬਦਮਾਸ਼, ਸ਼ਾਇਦ ਵੀ ਹੁਣ ਵੀ ਹੋਵੇ। ਅਤੇ ਉੱਥੇ ਇਹਨੂੰ ਕਿਡਨੈਪ ਕਰ ਲਿਆ ਕਿਸੇ ਨੇ। ਅਤੇ ਉੱਥੇ ਫਿਰ ਇਹਦਾ ਵਿਚਾਰੀ ਦਾ ਉਹੀ ਰੇਪ ਅਤੇ ਕੁੱਟਮਾਰ ਤਾਂ ਇੱਦਾਂ ਸ਼ੁਰੂ ਹੋ ਗਈ। ਅਤੇ ਇਸ ਘਟਨਾ ਨੇ ਫਿਰ ਇਹ ਵਿਚਾਰੀ ਹਿੱਲ ਗਈ। ਇਹਨੇ ਕਿਹਾ ਵੀ ਹੁਣ ਤਾਂ ਬਹੁਤ ਕੁਛ ਹੋ ਚੁੱਕਿਆ। ਇਹਨੇ ਕਿਹਾ ਘਰੇ ਹੀ ਛੱਡ ਦੇਣਾ। ਅਤੇ ਇਹ ਜਾ ਕੇ ਇੱਕ ਵਿਕਰਮ ਮਲਾਹ ਗੈਂਗ ਸੀਗੀ ਇਹਨਾਂ ਦੀ, ਡਾਕੂਆਂ ਦੀ, ਉਹਦੇ ਨਾਲ ਜਾ ਰਲੀ ਅਤੇ ਵਿਕਰਮ ਦੇ ਨਾਲ ਸ਼ਾਦੀ ਕਰ ਲਈ ਇਹਨੇ। ਵਿਕਰਮ ਨੇ ਇਹਨੂੰ ਫਿਰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਜੀ, ਜਿਹੜੀ ਉਹ ਬੰਦੂਕ ਚਲਾਉਣੀ, ਕਿੱਦਾਂ ਡਾਕੇ ਮਾਰਨੇ ਆ, ਕਿੱਦਾਂ ਹੱਸਣਾ। ਅਤੇ ਕਹਿੰਦੇ ਇੰਨੀ ਹੁਸ਼ਿਆਰ ਸੀਗੀ, ਇਹਦਾ ਨਿਸ਼ਾਨਾ ਕਦੇ ਚੁੱਕਦਾ ਨਹੀਂ ਸੀ। ਜਦੋਂ ਇਹ ਗੋਲੀ ਚਲਾਉਂਦੇ ਸੀ ਨਾ, ਇਹਨੂੰ ਬੜਾ ਕੌਨਫੀਡੈਂਸ ਹੋ ਗਿਆ। ਅਤੇ ਇਹਦੀ ਗੈਂਗ ਦੇ ਵਿੱਚ ਜਿਹੜੇ ਹੋਰ ਬੰਦੇ ਸੀਗੇ, ਉਹ ਫਿਰ ਇਹਦੇ ਨਾਲ ਈਰਖਾ ਕਰਨ ਲੱਗ ਪਏ। ਅਤੇ ਇੱਕ ਬਾਲੂ ਗੁੱਜਰ ਸੀ ਉਹਦਾ, ਇਹਨਾਂ ਦੀ ਗੈਂਗ ਦਾ ਬੰਦਾ, ਅਤੇ ਉਹ ਇਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਉਹਨੇ। ਇਹਨੇ ਫਿਰ ਵਿਕਰਮ ਨੂੰ ਦੱਸਿਆ। ਵਿਕਰਮ ਨੇ ਬਾਲੂ ਗੁੱਜਰ ਅਤੇ ਉਹਦੇ 2 ਹੋਰ ਸਾਥੀਆਂ ਨੂੰ ਮਾਰਤਾ। ਅਤੇ ਇਹਦੇ ਬਾਅਦ ਜਿਹੜੀ ਸੀ ਇਹਦੀ ਗੈਂਗ ਦੇ ਵਿੱਚ 2 ਠਾਕਰ ਰਾਜਪੂਤ ਹੋਰ ਸੀਗੇ, ਸ੍ਰੀ ਰਾਮ ਅਤੇ ਲਾਲਾ ਰਾਮ। ਅਤੇ ਉਹ ਵੀ ਬੜੇ ਔਖੇ ਹੋ ਗਏ ਹੈਂ। ਅਤੇ ਇਹ ਜਿਹੜੇ ਸ਼ੂਦਰ ਹੋਏ ਤਾਂ ਹੁਣ ਇਹ ਸਾਡੀ ਕਿਤੇ ਦੂਈ ਨਾ ਬਣ ਜਾਵੇ ਲੀਡਰ ਹੈਂ। ਇੱਕ ਨੀਚ ਜਾਤ ਦੀ ਕੁੜੀ ਆ, ਅਤੇ ਉਹਨੇ ਕੀ ਕੀਤਾ, ਇਹ ਸੁੱਤੇ ਪਏ ਦੇ ਵਿਕਰਮ ਜਿਹੜਾ ਇਹਦਾ ਘਰ ਵਾਲਾ ਸੀ, ਉਹਨੂੰ ਮਾਰਤਾ। ਅਤੇ ਫੜ ਕੇ ਫਿਰ ਨਾ ਉਹਨੇ ਇਹ ਤਸ਼ੱਦਦ ਕਰਨੇ ਸ਼ੁਰੂ ਕਰਤੇ ਵਿਕਰਮ ਨੇ, ਆਪਣੇ ਲਾਲਾ ਰਾਮ ਅਤੇ ਸ੍ਰੀ ਰਾਮ ਨੇ। ਤਾਂ ਇਹ ਗਰੋਹ ਦੇ ਜਿੰਨੇ ਵੀ ਮੈਂਬਰ ਸੀਗੇ, ਇਹਨੂੰ ਕੁੱਟਣਾ ਰੋਜ਼ ਹੀ, ਇਹਨਾਂ ਰੇਪ ਕਰਨਾ ਐਵਰੀ ਡੇ। ਅਤੇ ਕਹਿੰਦੇ ਵੀ ਤੇਰੀ ਜ਼ਰੂਰਤ ਕਿੱਦਾਂ ਪਈ, ਇੱਕ ਨੀਚ ਜਾਤ ਦੀ ਹੋ ਕੇ ਤੂੰ ਸਾਨੂੰ ਠਾਕਰਾਂ ਨੂੰ ਇੱਦਾਂ ਕਰਦੀਆਂ। ਅਤੇ
ਉਹਨੇ ਕਿਹਾ ਵੀ ਇੱਦਾਂ ਕਰੋ, ਇਹਨਾਂ ਨੂੰ ਇੱਦਾਂ ਤਾਂ ਕਿ ਜਿਹੜੀ ਇਹਨਾਂ ਦੇ ਸਮਾਜ ਦੀਆਂ ਹੋਰ ਕੁੜੀਆਂ ਜਾਂ ਤੀਵੀਆਂ ਇੱਦਾਂ ਅੱਖ ਨਾ ਚੱਕਣ, ਇਹਨੂੰ ਨਾ ਘੁਮਾਓ ਪਿੰਡਾਂ 'ਚ। ਕਹਿੰਦੀ ਮੇਰੀਆਂ ਅੱਖਾਂ 'ਤੇ ਪੱਟੀ ਬੰਨ੍ਹ ਦੇਣੀ, ਪਤਾ ਨਹੀਂ ਮੈਨੂੰ ਕਿਹੜੇ ਪਿੰਡ 'ਚ ਲਿਜਾਂਦੇ ਸੀ। ਉੱਥੇ ਜਾ ਕੇ ਕਹਿੰਦੀ ਪਤਾ ਨਹੀਂ ਕਿੰਨੇ ਕੁ ਬੰਦੇ, ਕਹਿੰਦੀ ਮੈਂ ਤਾਂ ਲਾਸ਼ ਸੀਗੀ ਇੱਕ ਕਿਸਮ ਦੀ ਮਰੀ ਹੋਈ ਤੀਵੀਂ, ਪਤਾ ਨਹੀਂ ਕਿੰਨੇ ਕੁ ਬੰਦੇ ਕਹਿੰਦੇ ਮੇਰੇ ਨਾਲ ਨੋਚਦੇ ਸੀ ਮੇਰੇ ਸਰੀਰ ਨੂੰ। ਅਤੇ ਕਈ ਪਿੰਡਾਂ 'ਚ ਘੁਮਾਇਆ। ਅਤੇ ਫਿਰ ਕਹਿੰਦੀ ਇਹ ਲਾਲਾ ਰਾਮ ਕਹਿੰਦਾ ਵੀ ਇਹਨੂੰ ਇੱਦਾਂ ਕਰੋ, ਸ਼ਾਇਦ ਉਹਦਾ ਕਨੈਕਸ਼ਨ ਸੀਗਾ ਬਹਿਮਾਈ ਪਿੰਡ ਸੀ, ਉੱਥੇ ਲੈ ਗਏ। ਕਹਿੰਦੀ ਉੱਥੇ ਜਾ ਕੇ ਮੇਰੀ ਪੱਟੀ ਖੋਲ੍ਹੀ ਅਤੇ ਪਹਿਲਾਂ ਉਹਨੇ ਅਨਾਊਂਸ ਕੀਤਾ ਲਾਲਾ ਰਾਮ ਨੇ ਵੀ ਜਿੰਨੇ ਵੀ ਰਾਜਪੂਤ ਕੋਈ ਵੀ ਮੁੰਡਾ ਆ ਬੰਦਾ ਹੈ ਸਾਰੇ ਆਓ, ਇਹਨਾਂ ਕੁਕਰਮ ਕਰੋ, ਇਹ ਤਾਂ ਕਿ ਜਿਹੜੀਆਂ ਹੋਰ ਜਾਤਾਂ ਨੇ ਇਹਨਾਂ ਦੀਆਂ ਕੁੜੀਆਂ ਜਾਂ ਤੀਵੀਆਂ ਜਾਂ ਬੰਦੇ ਉਹਨਾਂ ਨੂੰ ਪਤਾ ਲੱਗੇ, ਸਾਰੇ ਦੇਖੋ ਵੀ ਅਸੀਂ ਕੀ ਕਰ ਸਕਦੇ ਹਾਂ। ਅਤੇ ਇਹਨੂੰ ਬੜਾ ਬੁਰਾ ਹਾਲ ਇਹਦਾ ਕੀਤਾ। ਫਿਰ ਕਹਿੰਦੀ ਉੱਥੇ ਮੇਰੀ ਪੱਟੀ ਖੋਲ੍ਹੀ ਸੀ ਬਹਿਨੋਈ ਵਿਲੇ ਦੇ ਵਿੱਚ, ਜਿੱਥੇ ਇਹਨੇ ਫਿਰ ਬਾਅਦ 'ਚ ਇਹ ਕਾਂਡ ਕੀਤਾ। ਅਤੇ ਉੱਥੇ ਕਹਿੰਦੀ ਫਿਰ ਮੈਨੂੰ ਨੰਗੀ ਕਰਕੇ ਕਹਿੰਦੇ ਜਾ, ਉਹ ਖੂਹ ਸੀ ਥੋੜ੍ਹੀ ਜਿਹੀ ਦੂਰ, ਨੰਗੀ ਉੱਥੋਂ ਪਾਣੀ ਲਿਆ ਭਰ ਕੇ ਮਟਕੀ। ਇਹ ਵਿਚਾਰੀ ਉੱਥੇ ਜੀ ਉਹ ਗਈ ਨੰਗੀ, ਉਹ ਤੁਸੀਂ ਦੇਖਿਆ ਉਹਨੇ ਫਿਲਮ ਵੀ ਇਹ ਬੈਂਡ 'ਚ ਕਿਉਂ ਬਣੀ ਹੋ। ਅਤੇ ਸਾਰੇ ਇਹਨੂੰ ਫਿਰ ਨਾ ਬਹੁਤ ਜੇ ਉਹਨਾਂ ਨੂੰ ਛੱਡਤਾ, ਤਾਂ ਕਹਿੰਦੀ ਮੈਂ ਅੱਧ ਮੋਈ ਜੇ ਪਈ ਸੀ। ਇਹ ਕਾਲੀ ਮਾਤਾ ਨੂੰ ਮੰਨਦੀ ਸੀ। ਫਿਰ ਇਹਨੇ ਕਿਹਾ ਹੇ ਕਾਲੀ ਮਾਂ ਵੀ ਤੂੰ ਮੈਨੂੰ ਤਾਕਤ ਬਖਸ਼, ਮੈਂ ਇਹਨਾਂ ਦੇ ਗੈਂਗ ਤੋਂ ਮੈਂ ਬਦਲਾ ਲਵਾਂ। ਅਤੇ ਦੇਖੋ ਜੀ ਕਿੰਨਾ ਉਹਦੇ ਬਾਅਦ 'ਚ ਫਿਰ ਇਹਨੇ ਕਿਹਾ, ਕਹਿੰਦੇ ਠੰਡ ਬਹੁਤ ਸੀ, ਦਸੰਬਰ ਮਹੀਨਾ ਸੀਗਾ, ਅਤੇ ਇਹਨੇ ਕਿਹਾ ਉਹ ਕੋਈ ਮੇਰੇ 'ਤੇ ਕੋਈ ਕੱਪੜਾ ਦਾ ਸਿੜੋ, ਮੈਨੂੰ ਕੰਬਦੀ ਸੀ ਇਹ। ਫਿਰ ਪਤਾ ਨਹੀਂ ਕਹਿੰਦੀ ਕਿਹੜੀ ਜਨਾਨੀ ਨੇ, ਮੈਨੂੰ ਇੱਦਾਂ ਵੀ ਨਹੀਂ ਚੇਤਾ, ਉਹ ਆਈ ਉਹਨੇ ਉਹਦੇ ਉੱਤੇ ਕੱਪੜਾ ਸਿੱਟਤਾ, ਪਰ ਉਹ ਫਿਰ ਨਾ ਉਹਦਾ ਜਿਹੜਾ ਅੰਦਰ ਦਾ ਸੀ ਝੁੰਡ ਗਈ। ਅਤੇ ਫਿਰ ਕਹਿੰਦੀ ਵੀ ਮੈਂ ਜੀ ਜਾਂ ਉੱਠੀ ਨਾ, ਉੱਥੇ ਖੂਹ ਸੀਗਾ, ਕਹਿੰਦੀ ਮੈਂ ਨੱਠੀ ਵੀ ਖੂਹ ਛਾਲ ਮਾਰ ਦੂੰ, ਇਹ ਤੋਂ ਤਾਂ ਮਰਨਾ ਹੀ ਚੰਗਾ ਹੈ। ਕਹਿੰਦੀ ਜਦੋਂ ਮੈਂ ਉਸ ਖੂਹ ਦੀ ਮੌਣ ਦੇ ਉੱਤੇ ਪੈਰ ਰੱਖਿਆ, ਮੈਨੂੰ ਅੰਦਰ ਕੁਛ ਮੇਰਾ ਸ਼ਕਤੀ ਆਈ, ਫਿਰ ਰੁਕ ਜਾ, ਇੱਦਾਂ ਦਾ ਤੇਰੇ ਵਰਗੀਆਂ ਪਹਿਲਾਂ ਬਹੁਤ ਮਰ ਗਈਆਂ, ਗਾਹਾਂ ਵੀ ਮਰਦੀਆਂ ਰਹਿਣਗੀਆਂ, ਇਹਦਾ ਬਦਲਾ ਲੈ। ਕਹਿੰਦੀ ਬਸ ਉੱਥੇ ਮੈਂ ਇੱਥੇ ਆਸਟਨ ਯੂਨੀਵਰਸਿਟੀ 'ਚ ਆਈ ਸੀ ਜੀ ਇਹ, ਅਤੇ ਉੱਥੇ ਲੈਕਚਰ ਵੀ ਦਿੱਤਾ ਸੀ, ਯਾਨੀ ਇੰਟਰਪ੍ਰੈਟਰ ਦੇ ਥਰੂ। ਉੱਥੇ ਵੀ ਉਹਨੇ ਇਹੀ ਗੱਲ ਕਹੀ, ਕਹਿੰਦੀ ਉੱਥੇ ਮੈਨੂੰ ਕੋਈ ਸ਼ਕਤੀ ਮਿਲੀ, ਅਤੇ ਫਿਰ ਮੈਂ ਆਪਣੀ ਜਿਹੜੀ ਗੈਂਗ, ਇਹਨੇ ਫਿਰ ਜਿਹੜੇ ਬੰਦੇ ਸੀਗੇ ਉਹ ਨਾਲ ਫਿਰ ਜੁਆਇਨ ਸ਼ੁਰੂ ਕਰ ਲਿਆ, ਇੱਕ ਗੈਂਗ ਬਣਾ ਲਈ। ਤਾਂ ਜਦੋਂ ਗੈਂਗ ਬਣੀ ਅਤੇ ਉਹਦੇ ਵਿੱਚ ਫਿਰ ਜਿਹੜੇ ਇਹਨਾਂ ਨੂੰ ਪਤਾ ਲੱਗ ਗਿਆ, ਹਾਂ ਇੱਕ ਉੱਥੇ 2 ਗੈਂਗ ਹੋਰ ਸੀਗੀਆਂ ਉਸ ਏਰੀਏ ਦੀਆਂ। ਇੱਕ ਸੀ ਜੀ ਮੈਂ ਦੱਸਦਾ, ਉਹ ਮੁਸਲਮਾਨ ਦੀ ਗੈਂਗ ਸੀ ਜੀ ਉਹ, ਤਾਂ ਇੱਕ ਸੀਗੀ ਉਹਦੀ, ਅਤੇ ਇੱਕ ਹੋਰ ਸੀਗੀ ਜਾਤ ਬਲਵਾਨ ਰਾਮ ਅਵਤਾਰ ਦੀ ਗੈਂਗ ਸੀਗੀ, ਇੱਕ ਸੀਗੀ ਬਾਬਾ ਮੁਸਤਕੀਮ ਦੀ। ਉਹਨਾਂ ਨੂੰ ਪਤਾ ਲੱਗਾ ਵੀ ਜ਼ੁਲਮ ਹੋਇਆ ਫੂਲਨ ਦੇਵੀ ਨਾਲ, ਬੜੇ ਉਹ ਵੀ ਝੰਜੋੜੇ ਗਏ। ਉਹਨੇ ਇਹਨਾਂ ਨੇ ਕੰਟੈਕਟ ਕੀਤਾ, ਅਸੀਂ ਤੇਰੇ ਨਾਲ ਹਾਂ, ਬਹੁਤ ਜ਼ੁਲਮ ਹੋਇਆ, ਸਾਨੂੰ ਵੀ ਪਤਾ ਲੱਗ ਗਿਆ। ਅਤੇ ਇਹ ਜਿਹੜੀ 3 ਗੈਂਗਾਂ ਇਕੱਠੀਆਂ ਹੋਈਆਂ, ਇਹਨੇ ਕਿਹਾ ਵੀ ਹੁਣ ਬਦਲਾ ਲੈਣਾ। ਇਹ 40 ਬੰਦਿਆਂ ਨੇ ਫਿਰ ਪਲਾਨ ਬਣਾਇਆ ਪੂਰਾ। ਇਹ ਪਹਿਲਾਂ ਦੇਖਦੇ ਰਹੇ, ਇਹ ਬਹਿਮੋਈ ਮਿਲੇ ਦੇ ਵਿੱਚ ਜਾਂਦਾ ਸੀ ਇਹ ਜਿਹੜਾ ਲਾਲਾ ਰਾਮ ਅਤੇ ਸ੍ਰੀ ਰਾਮ ਸੀ। ਇਹਨੇ ਫਿਰ ਉਹਨੂੰ ਨਾ ਆਲੇ ਦੁਆਲੇ ਜਿਹੜੇ 2 ਦਿਨ ਇਹ ਬੈਠੇ ਰਹੇ ਆਪਣੀਆਂ ਲੈ ਕੇ, ਅਤੇ ਉੱਥੇ ਜਾ ਕੇ ਅਤੇ ਫਿਰ ਇਹਨਾਂ ਨੇ ਉਹ ਦੂਜਾ ਜੀ ਪਲਾਨ ਬਣਾ ਕੇ ਨਾ ਅਤੇ ਉੱਥੇ ਕਰਤਾ। ਅਤੇ ਉਹਦੇ ਵਿੱਚ ਨਾ ਜਦੋਂ ਇਹਨਾਂ ਦੀ ਆਈ ਨਾ ਸਾਰਾ ਹੀ, ਤਾਂ ਇਹ ਤੋਂ ਇਲਾਵਾ ਉਹਨੇ ਇੱਕ ਹੋਰ ਵੀ ਦੱਸਿਆ, ਇਹਨੇ ਦੂਜੀ ਨੇ ਫੂਲਨ ਦੇਵੀ ਨੇ, ਕਹਿੰਦੀ ਫਿਰ ਜਦੋਂ ਨਾ ਮੈਂ ਗੈਂਗ ਅਸੀਂ ਬਣਾ ਲਈ, ਇੱਕ ਹੋਰ ਸੀਗਾ ਪਿੰਡ ਦਾ ਸਰਪੰਚ ਮੁਖੀਆ ਜਿਹਨੂੰ ਇਹ ਕਹਿੰਦੇ ਉੱਥੇ, ਉਹ ਨਾ ਕੁੜੀਆਂ ਸਪਲਾਈ ਕਰਦਾ ਸੀ ਪੁਲਿਸ ਨੂੰ। ਪੁਲਿਸ ਦੇ ਫਿਰ ਆ ਗਏ ਨਾ ਵਾਲ ਦੁਆਲੇ ਬਹੁਤ, ਉਹਨੇ ਕਹਿਣਾ ਵੀ ਤੁਸੀਂ ਕਿਹੜੀ ਜਾਤ ਦੀ ਦੱਸੋ ਕੁੜੀ ਹੈ। ਅਤੇ ਉਹਨਾਂ ਨੇ ਉਹ ਜੀ ਉਹ ਲੜਕੀਆਂ ਸਪਲਾਈ ਕਰਦਾ ਸੀ, ਅਤੇ ਇਹ ਨਾ ਪੁਲਿਸ ਦੀ ਵਰਦੀ ਪਾ ਕੇ ਫੂਲਨ ਦੇਵੀ ਗੈਂਗ ਇਹ ਚਲੇ ਗਿਆ ਉਹਦੇ ਪਿੰਡ 'ਚ। ਉਹਨੂੰ ਕਹਿੰਦੇ ਆਵੇ, ਹਾਂ ਆਵੇ, ਲੜਕੀ ਲਿਆ। ਉਹ ਕਹਿੰਦਾ ਕਿਹੜੀ ਜਾਤ ਦੀ ਚਾਹੀਦੀ ਆ, ਜਿਹੜੀ ਇਹਨਾਂ ਦੀ ਜਾਤਾਂ ਹੀ ਕਈ ਆ ਉੱਥੇ। ਉਹ ਕਹਿੰਦਾ ਇੱਕ ਪੁਲਿਸ ਵਾਲਾ ਕਹਿੰਦਾ ਵੀ ਫਲਾਨੀ ਜਾਤ ਦੀ ਲਿਆ। ਕਹਿੰਦੀ ਮੈਂ ਐਜ SP ਬਣੀ ਹੋਈ ਸੀ, ਮੈਂ ਇੱਕ ਰੂਮ 'ਚ ਬੈਠੀ ਸੀ। ਕਹਿੰਦੀ ਉਹ ਕੁੜੀ ਨੂੰ ਲਿਆਂਦਾ ਹੈ, ਇਹ 13 ਸਾਲ ਦੀ ਕੁੜੀ। ਕਹਿੰਦੀ ਕੁੜੀ ਇੱਦਾਂ ਇੱਦਾਂ ਖੰਬੇ, ਕਹਿੰਦੇ ਮੈਂ ਕਿਹਾ ਮੇਰੇ ਰੂਮ 'ਚ ਭੇਜੀ ਜਾਓ। ਕਹਿੰਦੀ ਮੈਂ ਕਿਹਾ ਬੇਟਾ ਘਬਰਾਉਣਾ ਨਹੀਂ, ਕੁਛ ਨਹੀਂ ਹੁੰਦਾ ਤੁਹਾਨੂੰ। ਫਿਰ ਅਖੇ ਜੀ ਉਹ ਨੇ ਕਿਹਾ ਕਿ ਸਾਡੀ ਗੈਂਗ ਦੇ ਬੰਦੇ ਨੇ ब्राह्मणा की कुड़ी लिया। कहता नहीं नहीं हम तो उसको पूजते हैं, हम उसको क्यों ले आए, और कोई जात बता दो। कहती 3 कुड़ियाँ लियांदियाँ ते
ਪ੍ਰੋਗਰਾਮ ਹਾਂਜੀ ਅੱਛਾ ਬ੍ਰੇਕ ਹੋ ਗਈ ਆ ਤੇ ਇਹਦੇ ਬਾਅਦ ਮਿਲਦੇ ਆ, ਇੱਦਾਂ ਹੀ ਕੰਟੀਨਿਊ ਰੱਖਾਂਗੇ। ਤੇ ਜੈ ਗੁਰਦੇਵ ਜੀ। ਤੁਸੀਂ ਫੇਰ ਟੀਵੀ ਦੇ ਨਾਲ ਜੁੜ ਗਏ ਆ ਤੇ ਤੁਹਾਡਾ ਫੇਰ ਸਵਾਗਤ ਆ। ਸੋ ਮੈਂ ਗੱਲ ਕਰ ਰਿਹਾ ਸੀ ਉਹ ਜਿਹੜਾ ਮੁਖੀਆ ਸੀ ਨਾ ਪਿੰਡ ਦਾ, ਤੇ ਉਹ ਜਦੋਂ 3 ਕੁੜੀਆਂ ਨਾ ਡਿਫਰੈਂਟ ਡਾਕਟਰਾਂ ਨੇ ਲਿਆਂਦੀਆਂ ਤੇ ਇਹਨੇ ਫਿਰ ਉਹਨਾਂ ਨੂੰ ਕੁੜੀਆਂ ਨੂੰ ਪੈਸੇ ਦੇ ਕੇ ਘਰ ਭੇਜਿਆ। ਕਹਿੰਦੀ ਮੈਂ ਤਾਂ ਫਿਰ ਉਹਨੂੰ ਸੱਦ ਲਿਆ ਅੰਦਰ। ਕਹਿੰਦੀ ਤੈਨੂੰ ਪਤਾ ਇਹ ਤੇਰੀਆਂ ਧੀਆਂ ਜਾਂ ਹੋਰ ਹੈ ਨਹੀਂ ਤੇਰੀਆਂ ਭੈਣਾਂ ਜਿਹਨਾਂ ਨੂੰ ਤੂੰ ਲਿਆਣਾ? ਕਹਿੰਦਾ ਮੈਂ ਤਾਂ ਪੁਲਿਸ ਦੀ ਸੇਵਾ ਕਰਦਾ ਤੁਹਾਡੇ ਲੋਕਾਂ ਦੀ। ਕਹਿੰਦੇ ਫਿਰ ਉੱਥੇ ਫਿਰ ਅਸੀਂ ਗੋਲੀ ਮਾਰੀ ਉਸ ਬੰਦੇ 'ਚ। ਦੇਖੋ ਵੀ ਜਾਣੀ ਜ਼ੁਲਮ ਦੀ ਕੋਈ ਹੱਦ ਹੁੰਦੀ ਆ ਗੱਡੂ ਸਾਹਿਬ। ਇਹ ਮੇਰੇ ਜਿਹੜੀ ਇੱਕ ਤੇ ਉਹ ਇੰਨੀ ਅੱਛੀ ਚੀਜ਼ ਉਹਨਾਂ ਨੂੰ ਹੋਈ ਜਿਹੜੀ ਕਿ ਨਾ ਜਿੱਦਾਂ ਤੁਸੀਂ ਕਹਿੰਦੇ ਆ ਕਿਸੇ ਦੇਵੀ ਦੇ ਉਹਨਾਂ ਨੂੰ ਚੇਤੇ ਆਇਆ ਉਹ ਕਾਲੀ ਮਾਤਾ ਨੂੰ ਮੰਨਦੀ ਸੀ ਉਹ। ਹਾਂਜੀ ਇਹ ਬਿਲਕੁਲ ਸਹੀ ਹੈ। ਉਹਨੇ ਜਦੋਂ ਜ਼ਮੀਰ ਜਾਗੀ ਨਾ ਉਦੋਂ ਉਹਨਾਂ ਨੂੰ ਸਭ ਕੁਝ ਪਤਾ ਲੱਗਾ। ਪਹਿਲਾਂ ਤਾਂ ਢੇਰੀ ਢਾ ਕੇ ਬੈਠੇ ਸੀ ਉਹ, ਪਤਾ ਨਹੀਂ ਜੋ ਕਰਨਾ ਹੁੰਦਾ ਆ ਉਹ ਹੋਣਾ ਹੀ ਹੋਣਾ ਆ। ਐਸੀ ਕੁਦਰਤ ਨੇ ਉਹਨਾਂ ਨੂੰ ਤਾਕਤ ਦਿੱਤੀ, ਜ਼ਮੀਰ ਜਾਗੀ। ਉਹਨਾਂ ਨੇ ਫਿਰ ਕੋਸ਼ਿਸ਼ ਕੀਤੀ ਵੀ ਮੈਂ ਕੁਝ ਕਰਨਾ ਪੈਣਾ, ਔਰ ਕੀਤਾ। ਆਪਣਾ ਕਾਰਜ ਜਿਹੜਾ ਆਪ ਹੀ ਫਿਰ ਸਵਾਰਨਾ ਪੈਂਦਾ। ਜਿਸ ਤਰ੍ਹਾਂ ਆਪਣੇ ਡਾਕਟਰ ਸਾਹਿਬ ਲੈ ਗਏ ਆ ਕਿ ਜਿਹੜੇ 3600 ਮਹਾਤਮਾ ਹੋਏ ਦੁਨੀਆ ਦੇ ਵਿੱਚ, ਕਿਸੇ ਨੇ ਵੀ ਤੁਹਾਡਾ ਕੋਈ ਸਵਾਰਿਆ ਨਹੀਂ। ਤੁਸੀਂ ਅਛੂਤਾਂ ਦੇ ਅਛੂਤ ਹੀ ਰਹੇ ਆ, ਕਿਸੇ ਨੇ ਕੁਝ ਨਹੀਂ ਸਵਾਰਨਾ। ਉਸੇ ਤਰ੍ਹਾਂ ਵੀ ਜਦੋਂ ਇਹਨਾਂ ਨੂੰ ਜਾਗਰਤੀ ਆਈ ਵੀ ਅਸੀਂ ਹੁਣ ਮੈਨੂੰ ਕੁਝ ਕਰਨਾ ਪੈਣਾ, ਇਹਨਾਂ ਨੇ ਫਿਰ ਜੋ ਮੋੜ ਲਿਆਂਦਾ ਉਹ ਇੱਕ ਸਾਡੇ ਗਰੀਬ ਦੀਆਂ ਧੀਆਂ ਭੈਣਾਂ ਲਈ, ਕੌਮ ਦੀਆਂ ਲੜਕੀਆਂ ਲਈ ਇੱਕ ਬਹੁਤ ਵੱਡੀ ਮਿਸਾਲ ਆ ਜੀ। ਉਹ ਮਿਸਾਲ ਮੈਂ ਇਸ ਕਰਕੇ ਦੇ ਰਿਹਾ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਭਾਰਤ ਵਰਸ਼ ਆਜ਼ਾਦ ਆ। ਮੈਂ ਪਿਛਲੇ ਕੱਲ੍ਹ ਪਰਸੋਂ ਪੜ੍ਹਦਾ ਸੀ ਸ਼ਾਇਦ ਹਰਿਆਣੇ ਦੇ ਵਿੱਚ, ਬਿਲਕੁਲ ਇੱਕ ਔਰਤ ਪੜ੍ਹੀ ਲਿਖੀ ਔਰਤ ਨੇ ਕੋਈ ਆਵਾਜ਼ ਉਠਾਈ ਔਰ ਉਹਦਾ ਪਰਿਵਾਰ ਚੰਗਾ ਸੀ, ਉਹਨੂੰ ਜ਼ਬਰਦਸਤੀ ਉਹਨੂੰ ਕੱਪੜੇ ਲਾਹ ਕੇ ਸਾਰੇ ਉਹਨੂੰ ਪਿੰਡ ਦੇ ਵਿੱਚ ਤੋਰਿਆ। ਬਿਹਾਰ ਦੇ ਵਿੱਚ ਵੀ, ਮਹਾਰਾਸ਼ਟਰ ਦੇ ਵਿੱਚ ਵੀ ਹੋਇਆ। ਮੈਂ 2 ਹਫ਼ਤੇ 2-3 ਦਿਨ ਪੜ੍ਹਦਾ ਸੀ, ਦੇਖਦਾ ਸੀ। ਔਰ ਹੁਣ ਵੀ ਹੋ ਰਿਹਾ, ਔਰ ਇੰਨਾ ਉੱਥੇ ਜ਼ੁਲਮ ਉਹਨਾਂ 'ਤੇ ਹੋ ਰਿਹਾ। ਤੁਹਾਨੂੰ ਪਤਾ ਕਿ ਜਿਹੜਾ ਦਿੱਲੀ 'ਚ ਕਿੱਦਾਂ ਕੇਸ ਹੋਇਆ, ਕਿੱਦਾਂ ਹੋਇਆ, ਕੀ ਕੀਤਾ। ਉਹ ਜਿਹੜੇ ਕੰਮ ਆ ਇਹ ਹਟਣੇ ਬਹੁਤ ਮੁਸ਼ਕਿਲ ਆ।
और एक जरूर आके मैनू एक शेर याद आ गया कि खुद ही को बुलंद कर इतना कि हर तकदीर से पहले खुदा बंदे से खुद पूछे कि बता तेरी रजा रजा क्या है। कमाल है जी। जिन्ना चिकर इदां दे साडे दिमाग दे विच असर कोई नहीं हुंदा उन्ना चिकर कुछ नहीं होना। जे मर गया लुट लिया इदां ही होनी, इदां 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 कुछ नहीं बनना। कुछ ना कुछ जिहड़ा अपने आप तुहानूं अगे आण के हौसला करना पैना। साडी कौम दे विच एक कमजोरी आ बहुत। अज भी तुसीं देखिया होगा कि लड़की एक बड़बग्गा साहब लड़की है कि जे ਉਹਦੇ ਨਾਲ ਦਰਿੰਦੇ 5-7 ਉਹਨੂੰ ਫੜ ਕੇ ਗੋਲੀ ਰੱਖਦੇ ਆ ਕੰਨ ਦੇ ਉੱਤੇ, ਕੀ ਕਰੂਗੀ ਇੱਕ ਔਰਤ ਵਿਚਾਰੀ। ਜੇ ਉਹ ਥੱਕੀ ਟੁੱਟੀ ਘਰ ਵਾਲ ਨੂੰ ਆਉਂਦੀ ਹੈ ਤੇ ਘਰ ਵਾਲੇ ਉਹਨੂੰ ਕਹਿੰਦੇ ਵੀ ਤੂੰ ਡੁੱਬ ਕੇ ਮਰ ਜਾਂਦੀ, ਇਦਾਂ ਹੋ ਜਾਂਦਾ, ਉਹ ਹੋ ਜਾਂਦਾ, ਉਹਨੂੰ ਘਰ ਨਹੀਂ ਬਾੜਦੇ, ਉਹਦਾ ਹਾਲ ਨਹੀਂ ਪੁੱਛਦੇ, ਆਪ ਨਹੀਂ ਕੋਈ ਸੋਚਦੇ ਵੀ ਅਸੀਂ ਇਹਦੀ ਸਹਾਇਤਾ ਕਰੀਏ, ਸਾਡੀ ਔਲਾਦ ਆ। ਉਹ ਹਾਰ ਕੇ ਵਿਚਾਰੀ ਕਿਤੇ ਨਾ ਕਿਤੇ ਜਾ ਕੇ ਸੁਸਾਈਡ ਕਰ ਲੈਂਦੀ ਆ। ਉਹਦੇ ਨਾਲੋਂ ਜੇ ਕੋਈ ਦੇਖ ਕੇ ਤੇ ਤਰਸ ਖਾ ਕੇ ਜਾਂ ਆਪ ਉਹਨੂੰ ਕਹੇ ਵੀ ਚੱਲ ਉੱਠ ਤੇਰੇ ਨਾਲੋਂ ਅਸੀਂ ਕੁਝ ਕਰੀਏ ਕੁਛ, ਤੇ ਫੇਰ ਹੀ ਤਬਦੀਲੀ ਆਉਣੀ ਆ। ਹਾਂਜੀ। ਸੋ ਫਿਰ ਜੀ ਉਹ ਕੀ ਹੋਇਆ ਬਾਅਦ ਦੇ ਵਿੱਚ, ਇਹ ਫਿਰ 40 ਬੰਦੇ ਸੀ 3 ਗਰੋਹਾਂ ਦੇ, ਇਹਨੇ ਫਿਰ ਪਿੰਡ ਨੂੰ ਘੇਰ ਲਿਆ ਹੈ ਜੀ। ਤੇ ਉੱਥੇ ਘੇਰ ਕੇ ਇਹਨੇ ਫਿਰ ਕਹਿਤਾ ਵੀ ਤੀਵੀਂ ਬੱਚਿਆਂ ਨੂੰ ਕੁਛ ਨਹੀਂ ਕਿਹਾ, ਜਾਂ ਅੰਦਰ ਵੜ ਜਾਓ, ਜਿੰਨੇ ਮਰਦ ਆ ਉਹ ਬਾਹਰ ਆ ਜਾਓ, ਤੇ ਲਾਲਾ ਰਾਮ ਤੇ ਸ੍ਰੀ ਰਾਮ ਨੂੰ ਬਾਹਰ ਕੱਢੋ। ਉਹ ਜਾਣੀ ਕੱਢਣ ਨਾ ਕੋਈ ਵੀ, ਇਹਨੇ ਫਿਰ ਕੱਢ ਕੇ ਜਿੱਦਾਂ ਨਾ ਉਹ 22 ਬੰਦੇ ਸੀ, ਇਹਨਾਂ ਨੂੰ ਫਿਰ ਗੋਲੀਆਂ ਨਾਲ ਭੁੰਨਿਆ ਇਹਨਾਂ ਨੇ। ਤੇ ਜਿਹੜਾ ਸੀ ਨਾ ਇੱਕ ਗਰੋਹ ਦਾ ਬੰਦਾ ਬਲਵਾਨ ਰਾਮ ਅਵਤਾਰ, ਉਹ ਕਹਿੰਦਾ ਸਾਰੇ ਪਿੰਡ ਨੂੰ ਅੱਗ ਲਾ ਦਿਓ, ਕਹਿੰਦਾ ਇੰਨਾ ਜ਼ੁਲਮ ਤੇਰੇ ਨਾਲ ਹੋਇਆ। ਉਹ ਕਹਿੰਦੇ ਨਹੀਂ ਅਸੀਂ ਬੱਚੇ ਨਹੀਂ ਮਾਰਨੇ, ਨਾ ਜਨਾਨੀ ਨਹੀਂ ਮਾਰਨੀ। ਤੇ ਉਹਦੇ ਵਿੱਚ ਫਿਰ ਉਹ ਜਦੋਂ ਨਾ ਕਹਿੰਦੀ ਮੈਂ ਉਹਨਾਂ ਨੂੰ ਕੱਢਦੀ ਸੀ, ਦੂਏ ਨੂੰ ਬੰਦਿਆਂ ਨੂੰ ਅਸੀਂ ਬਾਹਰ ਕੱਢਦੇ ਸੀ, ਤਾਂ ਉਹ ਪੈਰੀ ਪੈਣ ਇਹਦੇ ਹੈਂ, ਤਾਂ ਕਹਿੰਦੇ ਅਸੀਂ ਤਾਂ ਕੀਤਾ ਨਹੀਂ, ਤੂੰ ਸਾਡੇ ਕਿਉਂ ਕਰਦੇ ਆ। ਉਹ ਹੁਣ ਉਹ 'ਤੇ ਯਾਦ ਆ ਗਿਆ ਮੈਨੂੰ, ਜਦੋਂ ਭੀਸ਼ਮ ਪਿਤਾਮਾ ਜਿਹੜਾ ਕੌਰਵਾਂ ਦਾ ਕਮਾਂਡਰ ਸੀ, ਜਦੋਂ ਅਰਜਨ ਨੇ ਨਾ ਉਹਨੂੰ ਤੀਰ ਮਾਰ ਮਾਰ ਕੇ ਤੀਰਾਂ ਦੇ ਉੱਤੇ ਟੰਗਤਾ ਸੀ, ਤੁਹਾਨੂੰ ਪਤਾ, ਉਹ 58 ਰਾਤਾਂ ਰਿਹਾ ਉੱਤੇ। ਤੇ ਉਹ ਤੇ ਫਿਰ ਜਿਹੜੇ ਕ੍ਰਿਸ਼ਨ ਮਹਾਰਾਜ ਤੇ ਨਾਲ ਜਿਹੜੇ ਸੀ ਪਾਂਡਵ, ਇਹ ਉਹਨੂੰ ਮਿਲਣ ਗਏ ਹੈਂ। ਤੇ ਉਹ ਕਹਿੰਦਾ ਵੀ ਮੈਨੂੰ ਮਹਾਰਾਜ ਦੱਸੋ ਮੈਂ ਕਿਹੜਾ ਕਰਮ ਮਾੜਾ ਕੀਤਾ ਤੁਸੀਂ ਮੈਨੂੰ ਇੰਨੇ ਮਾਰਦੇ। ਉਹ ਕਹਿੰਦਾ ਵੀ ਜਿਹੜਾ ਨਾ ਇੱਕ ਜ਼ੁਲਮ ਨੂੰ ਦੇਖਦਾ ਆ ਔਰ ਉਹ ਵੀ ਉਨਾ ਗੁਨਾਹਗਾਰ ਆ। ਸੋ ਕਹਿੰਦੀ ਮੈਂ ਉੱਥੇ ਉਹ ਕਿਹਾ ਉਹਨਾਂ ਨੂੰ ਵੀ ਜਦੋਂ ਮੈਨੂੰ ਨੰਗੀ ਨੂੰ ਘੁਮਾਉਂਦੇ ਸੀਗੇ ਤੁਸੀਂ ਸਾਰੇ ਘਰਾਂ 'ਚ ਦੇਖਦੇ ਸੀ ਹੈਂ, ਤੁਸੀਂ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਮੇਰੀ ਅੱਖਾਂ 'ਚ ਪੱਟੀ ਬਣ, ਤੁਸੀਂ ਕਿੰਨਿਆਂ ਨੇ ਮੇਰੇ ਨਾਲ ਰੇਪ ਕੀਤਾ, ਇਹ ਹੁਣ ਤੁਸੀਂ ਕਿੱਦਾਂ ਕਹਿੰਦੇ ਹੋ ਹੈ। ਕਹਿੰਦੀ ਫਿਰ ਗੁੱਸਾ ਹੈ, ਮੈਂ ਕਿਹਾ ਭੁੰਨ ਦਿਓ ਉਹਨਾਂ ਨੂੰ ਸਾਰੇ। ਖੈਰ ਜਦੋਂ ਐਡਾ ਬੜਾ ਹੋਣਾ ਸੀ ਤੇ ਸਾਰੇ ਭਾਰਤ ਦੇ ਵਿੱਚ ਹਾਹਾਕਾਰ ਮਚ ਗਏ ਵੀ ਇੱਕ ਸ਼ੂਦਰ ਔਰਤ ਨੇ, ਡਾਕੂ ਨੇ, ਇੱਕ ਠਾਕਰਾਂ ਦੇ ਬੰਦੇ ਇਹਨੇ ਮਾਰਤੇ। ਤੁਹਾਨੂੰ ਪਤਾ ਬੜੀਆਂ ਤਾਰਾਂ ਖੜ ਗਈਆਂ, ਸਾਰੀਆਂ ਜਿੰਨੀ ਪੁਲਿਸ ਆਰਮੀ ਸੱਦ ਲਈ ਤੇ ਇਹਨੂੰ ਲੱਭਣ ਦੇ ਲਈ। ਇੱਕ ਵਾਰੀ ਕਹਿੰਦੀ ਮੈਂ ਪੁਲਿਸ ਦੇ ਨਾਲ ਇੱਕ ਵਾਰੀ ਘਿਰ ਗਈ ਇੱਕ ਪਿੰਡ ਦੇ ਵਿੱਚ, ਪਰ ਇੱਦਾਂ ਸੀ ਵੀ ਜਿਹੜੇ ਨਾ ਜਿੰਨੇ ਵੀ ਸੀਗੀਆਂ ਛੋਟੀਆਂ ਜਾਤਾਂ, ਉਹਨੇ ਇਹਨੂੰ ਨਾ ਦੇਵੀ ਸਮਝਣ ਲੱਗ ਪਏ, ਇਹਨੂੰ ਇੰਨੀ ਸਪੋਰਟ ਇਹਨੂੰ ਜਾਣੀ ਮੋਰਲ ਲਈ ਵੀ, ਤੇ ਉੱਦਾਂ ਸਾਰੇ ਇਹਦੇ ਨਾਲ ਸੀ, ਇਹਦੇ ਜਕਾਰੇ ਲਾਉਣ ਲੱਗ ਪਏ। ਤੇ ਕਹਿੰਦੀ ਮੈਂ ਇੱਕ ਵਾਰੀ ਇੱਕ ਪਿੰਡ ਦੇ ਵਿੱਚ ਮੈਨੂੰ ਘੇਰ ਲਿਆ ਉਹਨਾਂ ਨੇ, ਅਸੀਂ ਬਚ ਨਹੀਂ ਸਕਦੇ ਕਿਤੇ ਵੀ। ਜਿਹੜਾ ਪੁਲਿਸ ਦਾ SSP ਉਹਦੀ ਵੀ ਇੰਟਰਵਿਊ ਦੇਖੀ ਆ, ਸੁਣੀ ਆ, ਉਹ ਕਹਿੰਦਾ ਵੀ ਅਸੀਂ ਮੈਂ ਕਿਹਾ ਚੀਫ ਮਿਨਿਸਟਰ ਸਾਹਿਬ ਨੂੰ ਇਹਨੂੰ ਮਾਰ ਦਈਏ ਜਾਂ ਕਿੱਦਾਂ, ਉਹ ਕਹਿੰਦਾ ਜਿੱਦਾਂ ਵੀ ਹੈ ਮਾਰ ਦਿਓ ਜਾਂ ਫੜ ਲਓ, ਇਹ ਜਾਵੇ ਨਾ ਅੱਜ ਇੱਥੋਂ ਹੈ। ਤੇ ਕਹਿੰਦੀ ਇੱਕ ਮੁਸਲਮਾਨਾਂ ਦਾ ਘਰ ਸੀ, ਉਹਨਾਂ ਦੀ ਇੱਕ ਮਾਈ ਸੀ 100 ਸਾਲ ਦੀ ਹੈਂ, ਉਹ ਕਹਿੰਦੇ ਦੇਖੋ ਉਹਨਾਂ ਦਾ ਪਿਆਰ ਦੇਖੋ, ਇਹਨੂੰ ਕਹਿੰਦੀ ਪੁੱਤ ਤੈਨੂੰ ਮੈਂ ਹੋਣ ਨਹੀਂ ਦੇਂਗੀ। ਉਹਨੂੰ ਉੱਥੇ ਪਤਾ ਨਹੀਂ ਭੜੋਲੀ ਸੀ ਕੋਈ, ਉਹਦੇ ਵਿੱਚ ਨਾ ਇਹਨੂੰ ਤੇ ਇਹਦੇ ਨਾਲ ਹੋਰ ਸਾਥੀ ਨੂੰ ਉੱਪਰ ਉਹ ਕਾਨੇ ਜਿਹਾ ਪਾਤੇ। ਤਾਂ ਉਹ ਜਿਹੜੀ ਆਈ ਜਦੋਂ ਆਰਮੀ ਪੁਲਿਸ, ਉਹਨਾਂ ਨੂੰ ਪਤਾ ਵੀ ਐਸੇ ਘਰ ਦੇ ਵਿੱਚ ਆ, ਉਹ ਕਰਨ ਲੱਗ ਪਈ ਜਾ ਅੱਲਾ ਜਾ ਅੱਲਾ ਹੈ। ਤੇ ਉਹਨੇ ਕੋਡ ਵਾਰਡ ਰੱਖਿਆ ਸੀ ਹੈਂ, ਉਹਨੂੰ ਸਮਝਾਤਾ ਵੀ ਜਦੋਂ ਪੁਲਿਸ ਆਈ ਤਾਂ ਤੂੰ ਇੱਦਾਂ ਕਹੀਂ, ਜਦੋਂ ਚਲੀ ਗਈ ਕਹੀਂ ਸ਼ੁਕਰ ਹੈ ਤੇਰਾ ਅੱਲਾ। ਤੇ ਕਹਿੰਦੀ ਵੀ ਜਦੋਂ ਨਾ ਪੁਲਿਸ ਨੇ ਕਿਹਾ ਇੱਥੇ ਤਾਂ ਬੁੱਢੀ ਹੈ ਤਾਂ ਮਰਨੇ ਵਾਲੀ ਹੈ, ਤੇ ਉਹਨੂੰ ਫਿਰ ਕਿਹਾ ਸ਼ੁਕਰ ਹੈ ਤੇਰਾ ਅੱਲਾ, ਸ਼ੋਜੋ ਚਲੇਗਾ। ਦੇਖੋ ਉਹਨੇ ਬਚਾਏ। ਕਹਿੰਦੀ ਉਹ ਮੈਂ ਜਾ ਅਜੇ ਵੀ ਕਹਿੰਦੀ ਮੈਂ ਉਹਨੂੰ ਮਿਲ ਕੇ ਆਈ, ਪ੍ਰਣਾਮ ਕਰਦੀ ਹਾਂ। ਤੇ ਫਿਰ ਸਾਰਾ ਪੁਲਿਸ ਦਾ ਪ੍ਰਸ਼ਾਸਨ ਜਿੰਨਾ ਵੀ ਸੀ ਤੇ ਸਾਰੇ ਮਗਰ ਪੈ ਗਿਆ, ਪਰ ਇਹਨਾਂ ਦੇ ਹੱਥ ਨਾ ਆਵੇ ਇਹ ਫੂਲ ਹੁੰਦੇ ਵੀ, ਕਿਉਂਕਿ ਲੋਕਾਂ ਦੀ ਸਪੋਰਟ ਬਹੁਤ ਸੀਗੀ, ਗਰੀਬਾਂ ਦੀ, ਛੋਟੀਆਂ ਜਾਤਾਂ ਦੀ। ਉਸ ਵੇਲੇ ਇੰਦਰਾ ਗਾਂਧੀ ਦੀ ਸਰਕਾਰ ਸੀ ਦਿੱਲੀ ਦੇ ਵਿੱਚ। ਇੰਦਰਾ ਗਾਂਧੀ ਨੇ ਇੱਕ ਮੈਸੇਜ ਭਜਾਇਆ ਇਹਨੂੰ ਵੀ ਜੇ ਤੂੰ ਸਰੈਂਡਰ ਕਰਦੇ ਮੈਂ ਤੈਨੂੰ ਫਾਂਸੀ ਦੀ ਸਜ਼ਾ ਨਹੀਂ ਹੋਣ ਦਿਆਂਗੇ। ਤੇ
ਇਹਦੇ ਲਈ ਫਿਰ ਇੱਕ SSP ਨੂੰ ਇਹਨਾਂ ਗੱਲਬਾਤ ਕਰਨ ਦੇ ਲਈ ਜੰਗਲਾਂ ਦੇ ਵਿੱਚ ਭੇਜਿਆ। SSP ਕਹਿੰਦਾ ਮੈਂ 20 ਮੀਲ ਮੋਟਰਸਾਈਕਲ ਤੇ ਫਿਰ 6 ਮੀਲ ਕਹਿੰਦਾ ਮੈਂ ਤੁਰ ਕੇ ਇਹਦੇ ਕੋਲ ਪਹੁੰਚਿਆ, ਇਹਦੀ ਗੈਂਗ ਦੇ ਵਿੱਚ, ਤੇ ਉੱਥੇ ਸਾਡੀ ਗੱਲਬਾਤ ਹੋਈ। ਉਹ ਕਹਿੰਦੀ ਮੈਂ ਮੰਨ ਜਾਂਦੀ ਹਾਂ, ਚਲੋ ਜੀ ਸਰੈਂਡਰ ਕਰ ਦੇਣੀ, ਕੀ ਪਤਾ ਤੁਸੀਂ ਮੈਨੂੰ ਰਾਹ 'ਚ ਗੋਲੀ ਮਾਰ ਦੇਵੋ। ਉਹ ਫਿਰ ਕਹਿੰਦੀ ਇੱਦਾਂ ਨਹੀਂ, ਤੂੰ ਹੋਰ ਕਿਸੇ ਨੇ ਲਿਆ। ਫਿਰ ਉਹ ਕਹਿੰਦਾ ਮੈਂ ਆਪਣੀ ਵਾਈਫ ਨੂੰ ਨਾਲ ਲੈ ਕੇ ਗਿਆ, ਉਹਦੇ ਮੇਕਅਪ ਦਾ ਸਮਾਨ ਤੇ ਇੱਕ ਸਾੜੀ ਹੈ ਉਹਦਾ ਕੌਨਫੀਡੈਂਸ ਬਣਾਉਣ ਦੇ ਲਈ। ਤੇ ਫਿਰ ਵੀ ਉਹ ਕਹਿੰਦੀ ਮੈਨੂੰ ਯਕੀਨ ਨਹੀਂ, ਇੱਦਾਂ ਕਰਦੀ ਹਾਂ ਮੈਂ ਇੱਕ ਬੰਦਾ ਤੇਰੇ ਨਾਲ ਭੇਜਦੀ ਹਾਂ, ਇਹਦਾ ਚੀਫ ਮਿਨਿਸਟਰ ਨਾਲ ਗੱਲ ਕਰਾ ਮੇਰੇ ਜਿਹੜਾ ਇੱਕ ਬੰਦੇ ਦੀ। ਤੇ ਉਹਨੂੰ ਫਿਰ ਇੱਕ ਬੰਦਾ ਆਪਣਾ ਜਿਹੜਾ ਟਰਸਟ ਵਰਦੀ ਸੀ ਉਹਦੇ ਨਾਲ ਭੇਜਿਆ। ਤੇ ਉਹ SSP ਕਹਿੰਦਾ ਫਿਰ ਜਦੋਂ ਨਾ ਅਸੀਂ ਇੱਥੋਂ ਦਿੱਲੀ ਨੂੰ ਗਏ ਆ ਐਰੋਪਲੇਨ ਦੇ ਵਿੱਚ, ਮੈਨੇਜਰ ਨੂੰ ਦੱਸਿਆ ਵੀ ਸਾਨੂੰ ਸਪੈਸ਼ਲ ਜਗ੍ਹਾ ਦੇ ਦੇ ਹੈਂ, ਕਿਸੇ ਨੂੰ ਪਤਾ ਨਾ ਲੱਗੇ। ਤੇ ਫਿਰ ਉੱਥੇ ਚੀਫ ਮਿਨਿਸਟਰ ਹੁੰਦਾ ਸੀ ਜਦ ਕਾਂਗਰਸ ਦਾ ਅਰਜਨ ਸਿੰਘ, ਤੇ ਉਹਨੂੰ ਫਿਰ ਫੋਨ ਕੀਤਾ ਵੀ ਇੱਦਾਂ ਵੀ ਹੈਗੀ ਬਹੁਤ ਸੀਕਰਟ ਗੱਲ, ਤੇ ਇੱਕ ਡਾਕੂ ਨਾਲ ਆ, ਉਹਦੇ ਸਾਹਮਣੇ ਤੈਨੂੰ ਕਹਿਣਾ ਪੈਣਾ। ਕਹਿੰਦਾ ਕੋਈ ਨਹੀਂ ਹੈਂ, ਉਹ ਸਰੈਂਡਰ ਹੋ ਜਾਵੇ ਸਾਨੂੰ ਤਾਂ ਇਹੀ ਆ। ਕਹਿੰਦੇ ਦੱਸੋ, ਉਹਦੇ ਜਿਹੜੀ ਬੰਦੇ ਨੇ ਉਹਨਾਂ ਨਾਲ ਗੱਲ ਕਰਾਈ, ਤੇ ਉਹ ਕਹਿੰਦੇ ਅਸੀਂ ਬਿਲਕੁਲ ਨਹੀਂ ਮਾਰਾਂਗੇ ਇਹਨੂੰ ਹੈ। ਤੇ ਉਹ ਫਿਰ ਜਦੋਂ ਇਹਨਾਂ ਦਾ ਐਗਰੀਮੈਂਟ ਹੋ ਗਿਆ, ਫਿਰ ਕਹਿੰਦੇ ਉੱਥੇ ਉਹਨੇ ਪੂਰੀ ਇੱਕ ਸਭਾ ਜਿਹੀ ਬੁਲਾਈ। ਉੱਥੇ ਨਾ ਇੰਨੀ ਦੁਨੀਆ ਆਈ ਇਹਦੀ ਸਪੋਰਟ ਦੇ ਵਿੱਚ ਵੀ ਅੱਜ ਫੂਲਨ ਦੇਵੀ ਸਰੈਂਡਰ ਕਰ ਰਹੀ ਆ ਚੀਫ ਮਿਨਿਸਟਰ ਦੇ ਹੈ ਜੀ। ਤੇ ਉੱਥੇ ਦੀਆਂ ਫਿਲਮਾਂ ਵੀ ਬਣੀਆਂ ਉਸ ਟਾਈਮ ਦੀਆਂ। ਉਹ ਜਦੋਂ ਫਿਰ ਉਹਨੇ ਆ ਕੇ ਨਾ ਉਹਦੇ ਗੈਂਗ ਨੇ ਸਾਰਿਆਂ ਨੇ, ਉਹ ਕਹਿੰਦੇ ਡਰ ਕੇ ਨਹੀਂ ਆਏ, ਨਾਅਰੇ ਲਗਾਉਣ ਹੈ, ਇੱਦਾਂ ਉੱਪਰ ਨੂੰ ਰਾਈਫਲਾਂ ਇੱਦਾਂ ਕਰਦੇ ਨਾ ਆਏ। ਫਿਰ ਉਹਦੇ ਚਰਨਾਂ ਦੇ ਵਿੱਚ ਰੱਖਤਾ ਅਰਜਨ ਸਿੰਘ ਚੀਫ ਮਿਨਿਸਟਰ ਦੇ, ਤੇ ਉੱਥੇ ਫਿਰ ਉਹਨੂੰ ਅਰੈਸਟ ਕਰ ਲਿਆ। ਤਾਂ ਇਹ ਕਰਨ ਤੋਂ ਬਾਅਦ ਇਹਦੇ ਤੇ 18 ਚਾਰਜਸ ਲਾਏ ਜੀ ਉਹਨੇ ਫੜ ਕੇ ਹੈ ਜੀ। 30 ਡਕੈਤੀਆਂ ਦੀ ਹੈ, 30 ਰੋਬਰੀਜ਼, 22 ਮਰਡਰ ਤੇ 30 ਡਕੈਤੀ ਤੇ 18 ਚਾਰਜ ਕਿਡਨੈਪ, ਜਿਹੜੇ ਇਹਨੇ ਬੰਦੇ ਉਹ ਅੱਜ ਨੇ ਠਾਕਰ ਠੋਕਰ ਸੀਗੇ ਉਹ ਫੜ ਕੇ ਲੈ ਜਾਂਦੀ ਸੀ। ਤੇ ਪਹਿਲਾਂ ਇਹਨੂੰ ਗਵਾਲੀਅਰ ਦੀ ਜੇਲ੍ਹ 'ਚ ਭੇਜਿਆ, ਫਿਰ ਤਿਹਾੜ ਜੇਲ੍ਹ 'ਚ ਬਿਨਾਂ ਮੁਕੱਦਮਾ 11 ਸਾਲ ਇਹ ਤੇ ਇਹਨੂੰ ਬੰਦ ਰੱਖਿਆ, ਮੁਕੱਦਮਾ ਨਹੀਂ ਚਲਾਇਆ। ਔਰ ਕਹਿੰਦੀ ਰੱਖਿਆ ਵੀ ਮੈਨੂੰ ਉੱਥੇ ਜਿੱਥੇ ਪਾਗਲ ਜਨਾਨੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਸੀ, ਉਹ ਵੀ ਕਹਿੰਦੀ ਮੇਰੇ ਲਈ ਸੀਗਾ, ਪਰ ਜਿਹੜਾ ਮੈਂ ਬਦਲਾ ਲਿਆ ਨਾ, ਕਹਿੰਦੀ ਮੈਨੂੰ ਅੰਦਰੋਂ ਖੁਸ਼ੀ ਬਹੁਤ ਸੀ ਵੀ ਮੈਂ ਜਿਹੜਾ ਕੰਮ ਮੈਨੂੰ ਪ੍ਰਮਾਤਮਾ ਨੇ ਕਰਨਾ ਭੇਜਿਆ ਸੀ, ਤੇ ਉਹ ਮੈਂ ਫਿਰ ਜੀ ਇਹਦੇ ਵਿੱਚ ਇੱਕ ਹੋਰ ਬੜੀ ਜਿਹੜੀ ਦਿਲਚਸਪੀ ਹੈ ਵੀ ਇਹਨੇ ਤਿਹਾੜ ਜੇਲ੍ਹ 'ਚੋਂ ਬਾਬੂ ਕਾਂਸ਼ੀ ਰਾਮ ਨੂੰ ਚਿੱਠੀ ਲਿਖੀ ਵੀ ਦੇਖੋ ਵੀ ਮੈਂ ਇੱਕ ਸ਼ੂਦਰ ਜਾਤ ਦੀ, ਮੇਰੇ ਨਾਲ ਕਿੰਨਾ ਹੋ ਰਿਹਾ, ਹੋਰ ਲੋਕ ਜਿਹੜੇ ਉਹ MP ਬਣਿਓ, MLA ਬਣਿਓ ਆ ਹੈ, ਤੇ ਮੈਂ ਤਾਂ ਮੈਨੂੰ ਇੰਨਾ ਇੱਜ਼ਤ ਮੇਰੀ ਲੁੱਟੀ ਆ, ਮੈਂ ਉਹਦੀ ਖਾਤਰ ਇਹ ਕ੍ਰਾਈਮ ਕੀਤਾ। ਤੇ ਪਤਾ ਨਹੀਂ ਉਹਨੇ ਕੋਈ ਮਦਦ ਕੀਤੀ ਜਾਂ ਨਹੀਂ, ਜਾਂ ਹੋ ਸਕਦਾ ਇਨਡਾਇਰੈਕਟਲੀ ਕੀਤੀ ਵੀ ਹੋਵੇ। ਤੇ ਫਿਰ ਇੱਕ ਰਾਮ ਵਿਲਾਸ ਪਾਸਵਾਨ ਆਪਣਾ ਜਨ ਸ਼ਕਤੀ ਪਾਰਟੀ ਦਾ, ਅੱਜ ਕੱਲ੍ਹ ਇਹ BJP ਨਾਲ ਜਾ ਰਲਿਆ ਇਹ, ਤੇ ਇਹਨੇ ਵੀ ਫੂਲਨ ਦੇਵੀ ਤੋਂ ਜਾ ਕੇ ਨਾ ਦੂਏ ਦੇ ਜੇਲ੍ਹ ਦੇ ਵਿੱਚ ਰੱਖੜੀ ਬਣਾਈ ਇਹਨੇ, ਫਿਰ ਮੈਂ ਵੀ ਮਦਦ ਕਰਾਂ। ਜਾਣੀ ਸਾਰੇ ਇਕੱਠੇ ਹੋ ਗਏ, ਕੀ ਕਹਿੰਦੇ ਹੁੰਦੇ ਆ, ਟੁੱਟੀਆਂ ਬਾਹਾਂ ਗਲ ਨੂੰ ਆਉਣੀਆਂ। ਜਿਹੜੇ ਸਾਰਿਆਂ ਨੂੰ ਜ਼ਿਆਦਾ ਨਾ ਜਿਹੜੀ ਸਮਾਜਵਾਦੀ ਪਾਰਟੀ ਪਹਿਲਾਂ ਮੈਂ ਹੇਟ ਕਰਦਾ ਸੀ, ਜਦੋਂ ਮੈਂ ਇਹਦੀ ਸਟੋਰੀ ਪੜ੍ਹੀ ਫੂਲਨ ਦੇਵੀ ਦੀ, ਉਹ ਕਹਿੰਦੇ ਅਸੀਂ ਨਾਲ ਖੜ੍ਹੇ ਹਾਂ। ਜਿਹੜਾ ਮੁਲਾਇਮ ਸਿੰਘ ਯਾਦਵ ਆ ਨਾ, ਉਸ ਵੇਲੇ ਚੀਫ ਮਿਨਿਸਟਰ ਸੀਗਾ, ਉਹ ਕਹਿੰਦਾ ਵੀ ਅਸੀਂ ਨਾਲ ਖੜ੍ਹੇ, ਮੈਂ ਤੈਨੂੰ MP ਬਣਾਊਂਗਾ। ਤੇ ਉਹਨੇ ਫਿਰ ਮਿਰਜ਼ਾਪੁਰ ਤੋਂ ਇਹਨੂੰ ਕੀਤਾ, ਤਾਂ ਇਹ ਇੰਨੀ ਮੈਜੋਰਟੀ ਨਾਲ ਜਿੱਤੀ ਲੋਕਾਂ ਨੇ, ਜਾਣੀ ਕੋਈ ਹੀਰੋ ਬਣ ਗਈ ਹੈ। ਤੇ ਜਿੱਤ ਕੇ ਤਾਂ ਫਿਰ ਇਹ ਦੁਬਾਰਾ ਫੇਰ ਜਿੱਤ ਗਈ ਇੱਕ ਵਾਰੀ, ਤਾਂ ਮਿਰਜ਼ਾ ਬੜੀ ਜਾਣੀ ਪਾਪੂਲਰ ਹੋ ਗਈ। ਤਾਂ ਫਿਰ ਉਹਨੂੰ ਦਿੱਲੀ ਕੋਠੀ ਮਿਲੀ ਜਿੱਥੇ ਹੋਰ MP ਵਗੈਰਾ ਉਹਨਾਂ ਦੇ ਨਾਲ ਮਿਲਦੇ ਸੀ ਹੈ ਜੀ। ਤਾਂ ਉੱਥੇ ਜਦੋਂ ਕੋਠੀ ਮਿਲ ਗਈ, ਉੱਥੇ ਫਿਰ ਉਹਦਾ ਪਲਾਨ ਬਣਾਇਆ ਇਹਨੂੰ ਮਾਰਨ ਦਾ ਹੈ ਜੀ। ਤੇ ਉਹ ਜਿਹੜਾ ਮਾਰਨੇ ਵਾਲਾ ਸੀਗਾ ਉਹਦਾ ਨਾਂ ਸੀ ਜੀ, ਇਹਨੇ ਬਾਅਦ 'ਚ ਨਾ ਦੁਆ ਕਰਕੇ ਜੋ MP ਬਣੇ, ਫਿਰ ਸ਼ਾਦੀ ਕੀਤੀ ਉਮੇਦ ਸਿੰਘ ਨਾਲ। ਉਮੇਦ ਸਿੰਘ ਸੀਗਾ ਕੋਈ ਬੰਦਾ, ਉਹਦੇ ਨਾਲ ਸ਼ਾਦੀ ਕੀਤੀ। ਉਦੋਂ ਵੀ ਬਾਅਦ 'ਚ ਨਾਂ ਆਇਆ ਸੀ ਜਦੋਂ ਨਾ ਉਹਨੇ ਮਰਡਰ ਕੀਤਾ। ਤੇ ਇਹਨੇ ਫਿਰ ਉਹਦੇ ਬਾਅਦ 'ਚ ਇੱਕ ਇਕਲਵਿਆ ਸੈਨਾ ਬਣਾਈ ਇਹਨੇ, ਫੂਲਨ ਦੇਵੀ ਨੇ। ਇਕਲਵਿਆ ਇਹ ਮੰਨਦੇ ਆ, ਉਹ ਇਹਨਾਂ ਦਾ ਗੁਰੂ ਵੀ ਹੋਇਆ ਇਕਲਵਿਆ, ਉਹੀ ਆ, ਤੁਹਾਨੂੰ ਪਤਾ ਹੋਣਾ, ਜਿਹੜਾ ਅੰਗੂਠਾ ਦਰੋਣਾਚਾਰੀਆ ਨੇ ਨਾ, ਇਹ ਉਹਨੂੰ ਮੰਨਦੇ ਆ। ਇਹ ਜਿਹੜੇ ਲੋਕ ਆ ਨਾ, ਇਹ ਨਿਸ਼ਾਦ ਇਹਨਾਂ ਨੂੰ ਕਹਿੰਦੇ ਆ। ਤੇ ਉਹ ਫਿਰ ਸੈਨਾ ਬਣਾਈ ਇਹਨੇ ਇਕਲਵਿਆ। ਉਸ ਸੈਨਾ ਦਾ ਜਿਹੜਾ ਨਾ ਉੱਤਰਾਖੰਡ ਦੀ ਪ੍ਰੈਜ਼ੀਡੈਂਟ ਸੀ, ਇੱਕ ਜਨਾਨੀ ਸੀ, ਉਹ ਜਦੋਂ ਮੀਟਿੰਗਾਂ ਹੁੰਦੀ ਸੀ ਆਉਂਦੀ ਹੁੰਦੀ ਸੀ। ਤਾਂ ਆਹ ਜਿਹੜਾ ਸ਼ੇਰ ਸਿੰਘ ਰਾਣਾ ਜਿਹਨੇ ਇਹਨੂੰ ਗੋਲੀ ਮਾਰੀ ਸੀ, ਉਹ ਉਹਦਾ ਡਰਾਈਵਰ ਬਣਿਆ ਜੋਬ ਲਈ
ਇਨਡਾਇਰੈਕਟਲੀ ਉਹਨੇ ਪਲਾਨ ਬਣਾਈ ਸਾਰੀ ਵੀ ਇਹ ਕਿੱਦਾਂ ਮਾਰਨਾ। ਕਿੱਦਾਂ ਮਾਰਨਾ। ਉਹ ਡਰਾਈਵਰ ਬਣਿਆ। ਫਿਰ ਉਹਨੇ ਕੀਤਾ ਜਦੋਂ ਇਹ ਆਈ ਨਾ ਦਿੱਲੀ ਤੋਂ ਪਾਰਲੀਮੈਂਟ ਘਰ ਨੂੰ, ਉਹਨੂੰ ਸਾਰੇ ਨੇ ਮੂਹਰੇ ਗੱਡੀ ਬਲੌਕ ਕਰਤੀ ਜਾਣੀ ਇਹਦੀ ਗੱਡੀ ਨਹੀਂ ਅੰਦਰ ਗਈ। ਜਾਂ ਉੱਤਰ ਕੇ ਲੰਘਣ ਲੱਗੀ ਤਾਂ ਉਹਨੇ ਫਿਰ ਗੋਲੀ ਮਾਰਤੀ ਸੀ ਇਹਦੇ, ਅਤੇ ਉੱਥੇ ਹੀ ਇਹਦਾ ਵਿਚਾਰੀ ਦਾ ਐਂਡ ਹੋਇਆ ਸੀਗਾ। ਤਾਂ 12 ਬੰਦੇ ਪੁਲਿਸ ਨੇ ਚਾਰਜ ਕੀਤੇ ਇਹਦੇ ਕੇਸ ਦੇ ਵਿੱਚ, ਫੂਲਨ ਦੇਵੀ ਦੇ। 13 ਸਾਲ ਕੇਸ ਚੱਲਿਆ। 13 ਵਿੱਚੋਂ ਇੱਕ ਤਾਂ ਮਰ ਗਿਆ, 10 ਨੂੰ ਬਰੀ ਕਰਤਾ। ਐਵੀਡੈਂਸ ਲੋਕ ਉਹਨਾਂ ਦੇ ਡਾਕੂਆਂ ਦੇ ਖਿਲਾਫ ਗਵਾਹੀ ਦੇਣ ਨੂੰ ਤਿਆਰ ਨਾ ਸੀ, ਹੈ ਜੀ। ਅਤੇ ਫਿਰ ਇੱਕ ਜਿਹੜਾ ਸ਼ੇਰ ਸਿੰਘ ਰਾਣਾ, ਉਹਨੇ ਸਾਰੀ ਜ਼ਿੰਮੇਵਾਰੀ ਲੈ ਲਈ। ਤਾਂ ਉਹਨੇ ਫਿਰ ਪ੍ਰੈਸ ਕਾਨਫਰੰਸ ਕੀਤੀ। ਉਹਨੇ ਕਹਿੰਦਾ ਮੈਂ ਰਾਜਪੂਤਾਂ ਦੀ, ਠਾਕਰਾਂ ਦੀ ਮੌਤ ਦਾ ਬਦਲਾ ਲੈ ਲਿਆ ਹੈ, ਮੈਨੂੰ ਬੜਾ ਮਾਣ ਹੈ। ਸੋ ਜਿੰਨੇ ਵੀ ਠਾਕਰ ਸਮਾਜ, ਉੱਚੇ ਸਮਾਜ, ਉਹਨੂੰ ਉਹ ਵੀ ਹੀਰੋ ਬਣ ਗਿਆ ਜੀ, ਹੈ ਜੀ। ਉਹਨੂੰ ਇਹਨੂੰ ਉਮਰ ਕੈਦ ਦੀ ਹੋਈ ਸਜ਼ਾ ਇਹਨੇ ਫਿਰ ਹੁਣ ਉਹਨੂੰ ਛਡਾਉਣ ਦੇ ਲਈ ਜਿਹੜੇ ਇਹਦੇ ਬੰਦੇ ਸੀ ਵੱਡੇ ਵੱਡੇ, ਅਤੇ ਉਹਨੇ ਕੀ ਕੀਤਾ, ਜੇਲ੍ਹ ਦੇ ਤਿਹਾੜ ਜੇਲ੍ਹ ਦੇ ਵਿੱਚੋਂ ਉਹ ਪੁਲਿਸ ਦੀ ਆਏ ਵੱਡੀ ਗੱਡੀ ਦੇ ਵਿੱਚ, ਕਹਿੰਦੇ ਵੀ ਅਸੀਂ ਇਹਨੂੰ ਇੱਕ ਕੇਸ ਦੇ ਹਰਿਦੁਆਰ ਕੇਸ ਆ, ਉਹਦੇ ਵਿੱਚ ਇਹਨੂੰ ਕੋਰਟ ਲਿਜਾਣਾ ਸੀ, ਉੱਥੋਂ ਆਇਆ ਮੈਂ SSP ਇੱਕ ਬੰਦਾ ਕਹਿੰਦਾ ਨੇ ਸ਼ੇਰ ਸਿੰਘ ਰਾਣੇ ਲਿਜਾਣ ਦੇ। ਉਹਨੇ ਉਹ ਦੇਖ ਲਓ ਬਿਨਾਂ ਦੇਖੇ ਤੋਂ ਉਹਦੇ ਨਾਲ ਭੇਜਤਾ। ਉੱਥੋਂ ਨੱਠ ਗਿਆ। ਉਹ ਨੱਠ ਕੇ ਉਹ ਪਹਿਲਾਂ ਨੇਪਾਲ ਗਿਆ, ਪਹਿਲਾਂ ਨੇਪਾਲ, ਫਿਰ ਬੰਗਲਾਦੇਸ਼ ਤੋਂ ਦੁਬਈ ਗਿਆ ਉਹ ਬੰਦਾ। ਦੁਬਈ ਤੋਂ ਬਾਅਦ ਅਫਗਾਨਿਸਤਾਨ ਚਲਾ ਗਿਆ, ਅਤੇ ਇੱਥੇ ਦੀ ਪੁਲਿਸ ਨੂੰ ਕੋਈ ਨਹੀਂ ਪਤਾ ਵੀ ਕਿੱਥੇ ਚਲਾ ਗਿਆ ਸਾਰਾ। ਉਹ ਫੇਰ ਮੁੜਿਆ, ਤੈਨੂੰ ਅਰੈਸਟ ਕਰ ਲਿਆ। ਅਤੇ ਉਹ ਕਹਿੰਦਾ ਮੈਂ ਡਰ ਕੇ ਨਹੀਂ ਗਿਆ। ਅਤੇ ਉਹਦੀ ਤਾਂ ਫਿਰ ਇੰਨੀ ਜੈ ਜੈਕਾਰ ਹੋਣ ਲੱਗ ਪਈ ਨਾ ਉਹਦੇ ਨਾਲ, ਜਿਹੜੇ ਅੰਦਰ ਉਹਦੇ ਜਿਹੜੇ ਪੁਲਿਸਮੈਨ ਤਕੜੇ ਸੀਗੇ ਉਹ ਵੀ ਉਹਦੇ ਹੱਕ ਦੇ ਵਿੱਚ ਲੱਗ ਪਏ ਬੋਲਣ, ਹੈ ਜੀ। ਤਾਂ ਇਹ ਦੇਖ ਲਓ ਵੀ ਜਾਣੀ ਕਿੰਨੀਆਂ ਇਹ ਦੂਏ ਦੇ ਵਿੱਚ ਹੀ ਲੰਘੀ ਹੈ। ਹੌਸਲਾ ਦੇਖੋ ਤੁਸੀਂ। ਬਟ ਪੱਗਾ ਸਾਹਿਬ, ਜਿੱਥੋਂ ਤੱਕ ਮੈਂ ਸੋਚਦਾ ਨਾ, ਮੈਂ ਕਈ ਵਾਰੀ ਦਿਮਾਗ 'ਤੇ ਗੱਲ ਆ ਜਾਂਦੀ ਹੈ ਇਹ ਕਿ ਜਿਹੜੀ ਇੰਨੀ ਫੂਲਨ ਦੇਵੀ ਨੇ ਕੰਮ ਚੱਕਿਆ ਸੀਗਾ ਬਦਲਾ ਲੈਣ ਦਾ ਜੀ, ਉਸ ਦੇ ਕੋਲੋਂ ਜਿਹੜੀ ਗੌਰਮੈਂਟ ਸੀਗੀ ਉਹ ਡਰਦੀ ਸੀ। ਔਰ ਗੌਰਮੈਂਟ ਦਾ ਇਹ ਬਿਲਕੁਲ ਕੋਈ ਨਾ ਕੋਈ ਚਾਲ ਹੁੰਦੀ ਹੈ ਕਿ ਜਿਹੜਾ ਬੰਦਾ ਕਾਬੂ ਨਾ ਆਵੇ ਕਿਸੇ ਤਰੀਕੇ ਦੇ ਨਾਲ, ਉਹਨੂੰ ਕੋਈ ਨਾ ਕੋਈ ਢੰਗ ਦੇ ਨਾਲ ਉਹਨਾਂ ਨੂੰ ਆਪਣੇ ਕੰਟਰੋਲ 'ਚ ਕਰਨ ਦੀ ਕੋਸ਼ਿਸ਼ ਕਰਦੇ ਆ। ਜਿੱਦਾਂ ਮੈਂ ਸਮਝਦਾ ਕਿ ਜਿੱਦਾਂ ਇਹ ਫੂਲਾ ਦੇਵੀ ਜੀ ਦੇ ਨਾਲ ਹੋਇਆ। ਇੰਦਰਾ ਗਾਂਧੀ ਨੇ ਉਹਨੂੰ ਕਿਹਾ ਵੀ ਤੈਨੂੰ ਛੁਡਾ ਦਿੰਦੇ ਆ, ਔਰ ਬਿਲਕੁਲ ਉਹ ਪਲੇਨ ਸੀ ਕਿ ਇੰਦਾ ਲਿਆ ਕੇ ਇਹਨਾਂ ਨੂੰ ਇਸ 2-4 ਸਾਲ ਆਹ ਸਾਰਾ ਕੁਛ ਦਿਖਾਲ ਕੇ ਵੀ ਤੂੰ MP ਆ, ਤੂੰ ਤੇਰੇ ਕੋਲ ਕੋਠੀ ਆ, ਤੇਰੇ ਕੋਲ ਅਜੇ ਆ ਵੋ ਆ, ਉਹਨੂੰ ਇਨੀ ਰਾਹ ਤੋਂ ਪਰੇ ਕਰਨਾ ਹੀ ਸੀ। ਇਹ ਸਭ ਮੇਰਾ ਜਿੱਥੋਂ ਤੱਕ ਮੈਂ ਸੋਚਦਾ ਕਿ ਉਹਨੂੰ ਪਰੇ ਕਰਨ ਦੀ ਖਾਤਰ ਇਹ ਸਾਰਾ ਪਲੇਨ ਜਿਹੜਾ ਹੈਗਾ ਆ ਇਹਨਾਂ ਨੇ ਰਲ ਕੇ ਕੀਤਾ ਆ ਸਾਰਾ। ਇਹ ਹੁਣ ਉਹ ਜਿਹੜੇ ਨਾ ਉਹ ਬਹਿਮਾਈ ਪਿੰਡ ਦੇ ਵਿੱਚ ਇੱਕ ਯਾਦਗਾਰ ਬਣਾਤੀ, ਉਹ ਜਿਹੜੇ ਠਾਕਰ ਮਾਰੇ ਸੀ, ਉੱਥੇ ਜਿਹੜੀ ਪੂਜਾ ਹੁੰਦੀ, ਉੱਥੇ ਆਹ ਪਾਠ ਵਗੈਰਾ ਇਹਨਾਂ ਦੇ ਹੁੰਦੇ, ਨਾਲੇ ਇਹਦੀ ਫੋਟੋ ਆ ਸ਼ੇਰ ਸਿੰਘ ਰਾਣਾ ਦੀ, ਉਹਦੀ ਵੀ ਪੂਜਾ ਹੁੰਦੀ ਆ। ਉਹ ਹੁਣ ਉਹਦੇ ਮਗਰ ਪੈ ਪਾਰਟੀਆਂ ਵਾਲੇ ਬੜੇ ਸਾਡੇ ਨਾਲ ਰਲ ਜਾਵੇ, ਅਜੇ ਜੇਲ੍ਹ ਦੇ ਵਿੱਚ ਹੀ ਆ, ਜਿਹਨੂੰ ਉਹਨੇ ਅਪੀਲ ਕੀਤੀ ਹੋਆ। ਅਤੇ ਇਹ ਤੁਸੀਂ ਦੇਖਿਆ ਹੋਣਾ ਰਾਜਪੂਤਾਂ ਨੇ ਇੱਕ ਹੋਰ ਵਿਵਾਦ ਖੜਾ ਕੀਤਾ ਆ, ਪਦਮਾਵਤੀ ਫਿਲਮ ਬਣੀ ਇੱਕ ਹੈਗੀ ਬਣੀ ਨਾ, ਉਹਦੇ ਬਾਰੇ ਇਹ ਇੱਕ ਇਹਨਾਂ ਦੀ ਕਰਨੀ ਸੈਨਾ ਆ ਰਾਜਪੂਤਾਂ ਦੀ। ਇਹਨੇ ਇੰਨਾ ਨਾ ਇੰਡੀਆ ਦੇ ਵਿੱਚ ਇਹਨਾਂ ਨੇ ਅੱਗਾਂ ਲਾਈਆਂ, ਕਹਿੰਦੇ ਅਸੀਂ ਤਾਂ ਸਿਨੇਮੇ ਵੀ ਸਾੜ ਦਿਆਂਗੇ। ਉਹਦੇ ਵਿੱਚ ਹੈ ਕੀ ਹੈ ਜੀ, ਉਹ 'ਚ ਜਿਹੜੀ ਪਦਮਾਵਤੀ ਨਾ ਚਿਤੌੜ ਦੇ ਰਾਜਾ ਰਤਨ ਸਿੰਘ ਦੀ ਵਾਈਫ ਸੀ, ਬਹੁਤ ਹੀ ਬਿਊਟੀਫੁਲ ਸੀ, ਅਤੇ ਮੁਗਲਾਂ ਦਾ ਰਾਜਾ ਸੀ ਅਲਾਉਦੀਨ ਖਿਲਜੀ। ਉਹਨੇ ਕਿਤੇ ਦੇਖੀ ਹੋਈ ਜਾਂ ਕਿੱਦਾਂ ਉਹਨੂੰ ਕਈ ਤਾਂ ਕਹਿੰਦੇ ਸੁਪਨੇ 'ਚ ਆਇਆ, ਉਹ ਕਹਿੰਦਾ ਵੀ ਫਿਕਰ ਨਾ ਕਰ ਪਦਮਾਵਤੀ, ਮੈਂ ਸਹੁੰ ਖਾਨਾ ਕਿ ਤੈਨੂੰ ਰਾਣੀ ਬਣਾਊਂਗਾ। ਉਹਨੇ ਚਿਤੌੜ 'ਤੇ 2 ਵਾਰੀ ਹਮਲੇ ਕੀਤੇ ਉਹਨੂੰ ਵਿਨ ਕਰਨ ਦੇ ਲਈ। ਇਹਦੇ ਹਸਬੈਂਡ ਨੂੰ ਰਤਨ ਸਿੰਘ ਨੂੰ ਮਾਰਤਾ ਉਹਨੇ, ਹੈ ਜੀ। ਅਤੇ ਜਿਹੜੀ ਪਦਮਾਵਤੀ ਕਹਿੰਦੇ ਉਹਦੇ ੜਿੱਕੇ ਨਹੀਂ ਆਈ, ਉਹ ਸਤੀ ਹੋ ਗਈ, ਜਿੰਨੀਆਂ ਵੀ ਰਾਣੀਆਂ ਸੀ ਅੱਗ ਦੇ ਵਿੱਚ ਉਹਦੇ ਹੱਥ ਨਹੀਂ ਆਈ। ਅਤੇ ਇੱਦਾਂ ਦੀ ਇਹ ਫਿਲਮ ਬਣੀ ਆ। ਇਹਨਾਂ ਨੇ ਕਿਹਾ ਤਾਂ ਸਾਡੀ ਬੇਇੱਜ਼ਤੀ ਬਹੁਤ ਰਾਜਪੂਤਾਂ ਨੇ, ਇਹਨਾਂ ਨੇ ਇੰਡੀਆ 'ਚ ਉਹ ਤੁਸੀਂ ਦੇਖਿਆ ਹੋਣਾ ਨਿਊਜ਼, ਤਬਾਹੀ ਮਚਾਈ, ਬਹੁਤ ਕੁਛ ਇਹਨਾਂ ਨੇ ਕੀਤਾ। ਅਤੇ ਫਿਰ ਇਹ ਜਿਹੜੀ ਨਾ ਜਿਹਨੇ ਬਣਾਇਆ ਡਾਇਰੈਕਟਰ ਲੀਲਾ ਬੰਸਾਲੀ ਅਤੇ ਐਕਟਰੈਸ ਦੀਪਕਾ ਜਿਹਨੇ ਪਦਮਾਵਤੀ ਦਾ ਰੋਲ ਕੀਤਾ,
ਉਹਦੇ ਕਹਿੰਦੇ ਸਿਰ ਤੇ 1.3 ਮਿਲੀਅਨ ਪਾਉਂਡ ਦਾ ਇਨਾਮ ਰੱਖਿਆ ਉਹਨਾਂ ਨੇ ਵੀ ਜਿਹੜਾ ਸਿਰ ਵੱਢੂਗਾ ਇਹਨਾਂ ਦਾ, ਵੀ ਸਾਡੀ ਨੇ ਇੱਜ਼ਤ ਨੂੰ ਰੋਲਿਆ ਹੈ। ਹਿਸਟੋਰੀਅਨ ਜਿੰਨੇ ਵੀ ਉਹ ਕਹਿੰਦੇ ਕੋਈ ਪਰਮਾਵਤੀ ਨਹੀਂ ਹੋਈ, ਇਹ ਤਾਂ ਇੱਕ ਫਿਕਸ਼ਨਲ ਸਟੋਰੀ ਆ ਇਹਦੇ ਪਿੱਛੇ। ਹੁਣ ਜੇ ਅਸੀਂ ਦੇਖੀਏ ਇਹਨਾਂ ਦਾ, ਜੇ ਹਿਸਟਰੀ ਦੇਖੀਏ ਇਹਨਾਂ ਦੀ ਰਾਜਪੂਤਾਂ ਦੀ, ਅਕਬਰ ਦੀਆਂ 500 ਰਾਣੀਆਂ ਸੀ, ਤੇ 500 ਰਾਣੀਆਂ ਤੋਂ ਇਲਾਵਾ 5000 ਹੋਰ ਜਨਾਨੀਆਂ ਉਹਦੇ ਹਰਮ ਦੇ ਵਿੱਚ ਸੀਗੀਆਂ ਜਿਨ੍ਹਾਂ ਨੂੰ ਰੱਖੀਆਂ ਸੀ ਅਕਬਰ ਨੇ। ਇਹਨਾਂ ਰਾਣੀਆਂ ਦੇ ਵਿੱਚੋਂ 6 ਰਾਜਪੂਤ ਰਾਜਿਆਂ ਨੇ ਇਹਨੂੰ ਲੜਕੀਆਂ ਆਪ ਦਿੱਤੀਆਂ। ਪਹਿਲੀ ਹੈਗੀ ਜੀ ਆਮੇਰ ਦੇ ਰਾਜਾ ਭਾਰਮਲ ਨੇ ਆਪਣੀ ਬੇਟੀ ਜੋਧਾਬਾਈ ਦਿੱਤੀ। ਬੀਕਾਨਾਰ ਦੇ ਰਾਜਾ ਰਾਏ ਕਲਿਆਣ ਸਿੰਘ ਨੇ ਆਪਣੀ ਭਤੀਜੀ ਅਕਬਰ ਨੂੰ ਦਿੱਤੀ। ਜੋਧਪੁਰ ਦੇ ਮਾਲਦੇਵ ਨੇ ਆਪਣੀ ਬੇਟੀ ਰੁਕਮਾਵਤੀ ਦਿੱਤੀ। ਨਾਗਰਕੋਟ ਦੇ ਰਾਜਾ ਜੈਚੰਦ ਨੇ ਆਪਣੀ ਬੇਟੀ ਦਿੱਤੀ। ਡੂੰਗਰਪੁਰ ਦੇ ਰਾਜਾ ਰਾਵਲ ਨੇ ਆਪਣੀ ਧੀ ਦਿੱਤੀ ਇਹਨੂੰ ਅਕਬਰ ਨੂੰ। ਤੇ ਮੇੜਤਾ ਦੇ ਰਾਜਾ ਕੇਸ਼ਵਦਾਸ ਨੇ ਵੀ ਆਪਣੀ ਧੀ ਦਿੱਤੀ। ਇਹ ਜਿਹੜੀਆਂ 6 ਸੀਗੀਆਂ ਨਾ, ਇਹਨੇ ਆਪ ਖੁਦ ਦਿੱਤੀਆਂ। ਫਿਰ ਇਹਦਾ ਬੇਟਾ ਸੀ ਜਹਾਂਗੀਰ, ਹੈ ਜੀ, ਰਾਣੀ ਯੋਧਾ ਦਾ ਬੇਟਾ ਸੀ, ਜਿਹੜੀ ਕਿ ਉਹਦੀ ਮਾਂ ਹਿੰਦੂ ਸੀ, ਤੁਹਾਨੂੰ ਪਤਾ ਹੁਣ। ਉਹਦੀਆਂ 800 ਤੀਵੀਆਂ ਸੀਗੀਆਂ ਜੀ ਉਹਦੀਆਂ ਰਾਣੀਆਂ। ਉਹਦੇ ਵਿੱਚ ਅਮੇਰ ਦੇ ਰਾਜਾ ਭਗਵਾਨ ਦਾਸ ਨੇ ਆਪਣੀ ਬੇਟੀ ਦਿੱਤੀ। ਜੋਧਪੁਰ ਦੇ ਰਾਜਾ ਮੋਟਾ ਰਾਜਾ ਨੇ ਇਹਨੂੰ ਜਹਾਂਗੀਰ ਨੂੰ ਆਪਣੀ ਧੀ ਦਿੱਤੀ। ਫਿਰ ਅਮੇਰ ਦੇ ਰਾਜਾ ਜਗ ਸਿੰਘ ਨੇ ਆਪਣੀ ਧੀ ਵਿਆਹੀ। ਤੇ ਫਿਰ ਓਰਛਾ ਦਾ ਰਾਜਾ ਰਾਮਚੰਦਰ ਬੰਦੇਲਾ ਨੇ ਆਪਣੀ ਧੀ ਦਿੱਤੀ ਇਹਨੂੰ ਜਹਾਂਗੀਰ ਨੂੰ। ਤੇ ਇਹ ਤੋਂ ਇਲਾਵਾ ਜੇ ਦੇਖੀਏ ਔਰੰਗਜ਼ੇਬ ਦੇ ਵੱਡੇ ਲੜਕੇ ਮੁਅੱਜ਼ਮ ਦਾ ਵਿਆਹ ਰਾਜਪੂਤ ਰਾਜਾ ਰੂਪ ਸਿੰਘ ਦੀ ਬੇਟੀ ਨਾਲ ਹੋਇਆ। ਬਹਾਦਰ ਸ਼ਾਹ ਦੀ ਪਤਨੀ ਲਾਲ ਕੌਂਵਰ ਸੀ ਰਾਜਪੂਤ ਘਰਾਣੇ ਦੀ, ਹੈ ਜੀ। ਤੇ ਦਾਰਾ ਸ਼ਕੋਹ ਦੀ ਪਤਨੀ ਅਜੀਤ ਸਿੰਘ ਇਹ ਰਾਜਪੂਤ ਦੀ। ਇਹ ਦੱਸੋ ਵੀ ਇਹ ਹੁਣ ਇਹਨਾਂ ਨੂੰ ਕੋਈ ਜ਼ਿਆਦਾ ਹੀ ਇਹਨਾਂ ਨੂੰ ਅੱਗ ਲੱਗੀ ਜਿਹੜੀ ਪਿੱਛੇ ਆਪ ਦਿੰਦੇ ਰਹੇ ਆ, ਉਹੀ ਵੀ ਉਹ ਬੜੇ ਦੀ ਲਾਠੀ ਹੈ ਜੀ। ਬਿਲਕੁਲ ਜੀ, ਇਹ ਜਿਹੜਾ ਕੰਮ ਆ ਲੜਕੀਆਂ ਦੀ ਔਰਤ ਦੀ ਤਾਂ ਕੋਈ ਇਹਨਾਂ ਨੇ ਕੀਮਤ ਹੀ ਨਹੀਂ ਪਾਈ। ਮਹਾਰਾਜੇ ਸੀ, ਤੁਹਾਨੂੰ ਪਤਾ ਕਿ ਜਿਹੜੇ ਉਹ ਮੁਗਲਾਂ ਦਾ ਰਾਜ ਸੀ, ਤੇ ਉਹ ਮੇਰੇ ਖਿਆਲ ਉੱਥੇ ਆਪਣੇ ਹੈਗਾ ਬੰਗਲੌਰ ਔਰ ਕੋਈ ਕਿਲੇ ਬਣੇ ਹੋਏ, ਹਾਂਜੀ, ਉਹ ਕਿਲਿਆਂ ਦੇ ਵਿੱਚ ਦੀ ਉਹ ਹੁੱਕੇ ਪੀਂਦੇ ਸੀ, ਤਾਂ ਔਰਤਾਂ ਜਿਹੜੀਆਂ ਉਹ ਨੱਚਦੀਆਂ ਹੁੰਦੀਆਂ ਸੀ ਨਾ, ਜਦੋਂ ਮੁਜਰਾ ਕਰਦੀਆਂ ਹੁੰਦੀਆਂ। ਔਰ ਜਿਹੜੀ ਜਦੋਂ ਵੀ ਮਰਜ਼ੀ ਇਹਨਾਂ ਨੂੰ, ਜਿਹਨੂੰ ਮਰਜ਼ੀ ਉਹ ਕਹਿੰਦੇ ਸੀ ਵੀ ਅਸੀਂ ਫੜਨਾ ਆ, ਇਹਨੂੰ ਲੈ ਆਓ। ਉਹ ਜਿਹੜਾ ਕੰਮ ਇਹਨਾਂ ਰਾਜਾ ਮਹਾਂ ਦੇ ਰਾਜਿਆਂ ਨੇ ਕੀਤਾ, ਉਹ ਇੰਨਾ ਜ਼ੁਲਮ ਕੀਤਾ ਆਪਣੇ ਔਰਤ ਜਾਤ ਤੇ। ਜਿੱਦਾਂ ਤੁਸੀਂ ਮੈਨੂੰ ਤਾਂ ਅੱਜ ਪਤਾ ਲੱਗਾ ਕਿ ਤੁਸੀਂ ਕਹਿੰਦੇ ਜੀ ਅਕਬਰ ਬਾਦਸ਼ਾਹ ਉਹ ਤਾਂ ਬੜੇ ਅੱਲਾਹੂ ਅਕਬਰ ਕਰਦੇ ਆ, ਮੁਸਲਮਾਨ ਤਾਂ ਨਾਂ ਹੀ ਲੈਂਦੇ, ਅੱਲਾਹੂ ਅਕਬਰ ਧਰਮੀ ਸੀ, ਪੂਰੇ ਅਯਾਸ਼ੀ ਸੀ ਇਹ ਸਾਰੇ। ਔਰ ਇੰਨਾ ਇਹ 500 ਰਾਣੀਆਂ, 500 ਹੋਰ 1000 ਔਰਤਾਂ, ਦੱਸੋ ਇਹ ਕੋਈ ਇਹ ਰਾਜੇ ਦਾ ਸੀ ਕੰਮ ਇਹ? ਬਾਕੀ ਜਿਹੜੇ ਰਾਜੇ ਹੋਰ ਸੀ ਉਹਨਾਂ ਨੂੰ ਖੁਸ਼ ਕਰਨ ਦੀ ਖਾਤਰ ਵੀ ਸਾਡੇ ਤੇ ਨਾ ਹਮਲਾ ਹੋ ਜਾਏ, ਸਾਨੂੰ ਨਾ ਮਾਰ ਦੇਵੇ, ਉਹ ਆਪਣੀਆਂ ਲੜਕੀਆਂ ਦੇਈ ਜਾਂਦੇ ਸੀ। ਕੋਈ ਇਹਨਾਂ ਨੂੰ ਫਿਕਰ, ਕੋਈ ਚਿੰਤਾ ਹੀ ਨਹੀਂ ਸੀ, ਕੋਈ ਫਿਕਰ ਹੀ ਨਹੀਂ ਸੀ ਕੀਤਾ ਕਦੀ ਇਹਨਾਂ ਨੇ। ਦਿਲ ਚ ਲਿਆਂਦਾ ਨਹੀਂ ਵੀ ਔਰਤ ਜਾਤ ਆ, ਸਾਡੀ ਧੀ ਆ। ਅਸੀਂ ਕਦੀ ਗਰੀਬ ਜਿਹੜਾ ਤੁਸੀਂ ਦੇਖ ਲਓ, ਉਹ ਕਹਿੰਦਾ ਵੀ ਸਾਡੀ ਇੱਜ਼ਤ ਜਿਹੜੀ ਆ ਸਾਡੀ ਬਚ ਜਾਵੇ ਕਿਸ ਤਰ੍ਹਾਂ, ਇੱਜ਼ਤ ਸਾਡੀ ਲੜਕੀ ਜਿਹੜੀ ਹੈਗੀ ਨਾ ਕਿਸ ਤਰ੍ਹਾਂ ਬਚ ਜਾਵੇ। ਇਹ ਲੋਕ ਤਾਂ ਜਿਹੜੇ ਹੈਗੇ ਆ ਐਸੀ ਲੋਕ ਬਦਮਾਸ਼ੀ ਕਰਦੇ ਆ, ਫਿਰ ਇਹ ਆਲੇ ਦੁਆਲੇ ਦੇਖਦੇ ਆ। ਜਿੱਦਾਂ ਲਓ ਪਹਿਲਾਂ ਇਹਦਾ ਜਿਹੜਾ ਇਕੱਠਾ ਕਰ ਲਈ 4 ਮਿੰਟ ਰਹਿੰਦੇ ਆ। ਤੇ ਇਹ ਜਿਹੜਾ ਚੰਬਲ ਦੀ ਘਾਟੀ ਨਾ, ਦਰਿਆ ਚੰਬਲ ਤੇ ਦਰਿਆ ਜਮਨਾ ਦੇ ਜਿਹੜੇ ਤੱਟਾਂ ਤੇ ਆ, ਉੱਥੇ ਉਹਨੂੰ ਚੰਬਲ। ਤੇ ਮਲਾਹਾਂ ਦੀਆਂ 20 ਜਾਤਾਂ ਇਸ ਘਾਟੀ 'ਚ ਰਹਿੰਦੀਆਂ। ਇਹਨਾਂ ਦੇ ਸਮੂਹ ਨੂੰ ਨਿਸ਼ਾਦ ਕਿਹਾ ਜਾਂਦਾ। ਮਹਾਭਾਰਤ ਦੇ ਅਨੁਸਾਰ ਇਕਲਵਿਆ ਜਿਹੜਾ ਸੀ, ਜਿਹਦਾ ਅੰਗੂਠਾ ਕੱਟਿਆ ਸੀ ਗੁਰੂ ਦਰੋਣਾਚਾਰੀ, ਨਿਸ਼ਾਦ ਦਾ ਰਾਜਾ ਸੀ ਇਹ ਬਹੁਤ ਬਲਵਾਨ ਹੋਇਆ, ਭਾਵੇਂ ਇਹਦਾ ਅੰਗੂਠਾ ਵੀ ਕੱਟਿਆ ਸੀ ਫਿਰ ਵੀ ਬੜਾ। ਇਹਦੇ ਕੋਲ ਲਾਰਡ ਸ਼ਿਵ ਦਾ ਪਸ਼ੂਪਥ ਤੀਰ ਕਮਾਨ ਸੀਗਾ ਇਹਦੇ ਕੋਲ। ਭਗਤ ਪੁਰਾਣ ਵਿੱਚ ਲਿਖਿਆ ਹੈ, ਇਹਨੇ ਦੇਖੋ ਮਦਦ ਕਿੰਨੀ ਕੀਤੀ। ਜਿਹੜਾ ਕ੍ਰਿਸ਼ਨ ਮਹਾਰਾਜ ਹੈ ਨਾ, ਇਹ ਰੁਕਮਣੀ ਨੂੰ ਕਿਸੇ ਦੀ ਹੋਰ ਦੀ ਵਾਈਫ ਸੀ, ਇਹਨੂੰ ਕਿਡਨੈਪ ਕਰ ਲਿਆ ਸੀ ਰਾਣੀ ਬਣਾਉਣ ਲਈ। ਤੇ ਇਕਲਵਿਆ ਨੇ ਫਿਰ ਜਾਰਸਨ ਤੇ ਸ਼ਿਸ਼ੂਪਲਾ, ਮੇਰਾ ਖਿਆਲ ਉਹਨਾਂ ਦੀ ਇਹ ਸੀ ਪਤਨੀ, ਇਹਨੇ ਮਦਦ ਕੀਤੀ ਇਹਨੇ। ਤੇ ਇੱਕ ਵਾਰੀ ਤਾਂ ਕਹਿੰਦੇ ਨੇ ਕ੍ਰਿਸ਼ਨ ਨੂੰ ਹਰਾਇਆ ਵੀ ਹੈ ਜੀ, ਜਿੱਦਾਂ ਲਿਖਿਆ ਇਹਨਾਂ ਦੇ ਵਿੱਚ। ਸੇ ਭਗਵਾਨ ਕ੍ਰਿਸ਼ਨ ਦਾ ਮੁੰਡਾ ਇੱਕ ਸਾਂਭਾ ਹੋਇਆ ਜੀ, ਉਹ ਦੁਰਯੋਧਨ ਦੀ ਕੁੜੀ ਨੂੰ ਕੱਢ ਕੇ ਲੈ ਗਿਆ। ਇਕਲਵਿਆ ਨੇ ਫੜ ਕੇ ਨਾ ਉਹਨੂੰ ਦੁਰਯੋਧਨ ਦੇ ਅੱਗੇ ਪੇਸ਼ ਕੀਤਾ। ਫਿਰ ਦੁਰਯੋਧਨ ਬਹੁਤ ਖੁਸ਼ ਹੋ ਗਿਆ, ਉਹਨੇ ਇਹਨੂੰ ਨਿਸ਼ਾਦਾਂ ਦਾ ਰਾਜਾ ਬਣਾਇਆ ਹੈ ਜੀ। ਇਹ ਹਿਸਟਰੀ ਇਹਨਾਂ ਦੀ ਆਪੇ ਦੱਸਦੀ ਆ। ਤੇ ਫਿਰ ਉਹ ਸਾਂਭੇ ਨੂੰ ਮਾਰਨ ਲੱਗਾ ਸੀ ਇਹ ਆਪਣੇ ਇਕਲਵਿਆ, ਤੇ ਕ੍ਰਿਸ਼ਨ ਨੇ ਨਾ ਇੱਕ ਕਹਿੰਦੇ ਪਹਾੜ ਸੀ, ਚੱਕ ਉਹਦੇ ਸਿਰ 'ਚ ਮਾਰਿਆ ਤਾਂ ਉੱਥੇ ਇਹਦੀ ਮੌਤ ਹੋ ਗਈ ਸੀ। ਸੋ ਜਿਹੜੇ ਨਿਸ਼ਾਦ ਕੁਟੁੰਬ ਦੇ ਲੋਕ ਅੱਜ ਵੀ ਇਕਲਵਿਆ ਨੂੰ ਪੂਜਦੇ ਆ। ਇੱਕ ਇਕਲਵਿਆ ਸੈਨਾ ਵੀ ਬਣਾਈ ਸੀ ਇਹਨਾਂ ਨੇ, ਹੈ ਜੀ। ਤੇ ਹੁਣ ਜੇ ਫੂਲਨ ਦੇਵੀ ਦੇ ਦੇਖਿਆ ਜਾਵੇ, ਇਹ ਭਾਰਤ ਦੇ 40 ਕਰੋੜ ਦਲਿਤ ਵਾਸੀਆਂ ਵਿੱਚੋਂ ਇੱਕ ਜੁਝਾਰੂ ਨਾਇਕਾ ਵਜੋਂ ਉੱਭਰੀ।
ਜਿਹਨੂੰ ਅੱਜ ਸਾਰਾ ਸੰਸਾਰ ਜਾਣਦਾ ਹੈ। ਇਸ ਅਨਪੜ੍ਹ ਸ਼ੂਦਰ ਸਮਾਜ ਵਿੱਚ ਵਿਚਰਦਿਆਂ ਫੂਲਨ ਦੇਵੀ ਨੇ ਆਪਣੇ ਬਚਨ ਤੋਂ ਹੁੰਦੇ ਜ਼ੁਲਮਾਂ ਨੂੰ ਸਹਿੰਦਿਆਂ ਅਜਿਹਾ ਕਰ ਕੋਈ ਦਿਖਾਇਆ ਜੋ ਦਲਿਤ ਔਰਤਾਂ ਦਾ ਕੀ ਇਸ ਦੇ ਮਰਦ ਵੀ ਨਹੀਂ ਕਰ ਸਕੇ। ਫੂਲਨ ਦੇਵੀ ਉੱਚ ਜਾਤੀ ਸਮਾਜ ਲਈ ਇੱਕ ਹਥਿਆਰੀ ਅਤੇ ਖੂੰਖਾਰ ਡਾਕੂ ਸੀ, ਪਰ ਉਹਦੇ ਕਾਰਨਾਮੇ ਵਜੋਂ ਇੱਕ ਮਾਰਗਦਰਸ਼ਕ ਤੇ ਬਹਾਦਰ ਨਾਇਕਾ ਵਜੋਂ ਉੱਭਰੀ। ਉਹ ਦਲਿਤ ਉਭਾਰਾਂ ਵਿੱਚੋਂ ਇੱਕ ਚੰਗਿਆੜੀ ਵਜੋਂ ਉੱਭਰੀ ਤੇ ਦਲਿਤ ਸਮਾਜ ਉਸ ਦੀਆਂ ਵਾਰਾਂ ਗਾਉਣ ਲੱਗ ਪਿਆ। ਜਦੋਂ 15-20 ਠਾਕਰਾਂ ਨੇ ਫੂਲਨ ਨਾਲ ਬਲਾਤਕਾਰ ਕੀਤਾ, ਉਹਨੂੰ ਨੰਗੀ ਘੁਮਾਇਆ, ਕਿ ਉਸ ਵਕਤ ਇਹਨਾਂ ਉੱਚ ਜਾਤੀਆਂ ਨੂੰ ਭਿੱਟ ਨਹੀਂ ਚੜੀ? ਉੱਚ ਜਾਤੀਆਂ ਦਾ ਭਗਵਾਨ ਦ੍ਰੋਪਦੀ ਦਾ ਚੀਰ ਹਰਨ ਤਾਂ ਨਹੀਂ ਹੋਣ ਦਿੰਦਾ ਹੈ ਜੀ, ਪਰ ਫੂਲਨ ਵਰਗੀ ਸ਼ੂਦਰ ਔਰਤ ਤੇ ਜ਼ੁਲਮਾਂ ਨੂੰ ਠੱਲ ਪਾਉਣ ਲਈ ਕਿਉਂ ਨਹੀਂ ਬੋੜਿਆ? ਭਾਰਤੀ ਭਗਵਾਨ ਦਲਿਤਾਂ ਦਾ ਕੱਟੜ ਵਿਰੋਧੀ ਹੈ। ਭਾਰਤੀ ਭਗਵਾਨ ਦਲਿਤ ਸ਼ੂਦਰਾਂ ਦੇ ਜ਼ੁਲਮ ਕਰਨ ਦੀ ਆਗਿਆ ਦਿੰਦਾ ਹੈ। ਆਪਣੇ ਰੱਬੀ ਫਰਮਾਨਾਂ ਨੂੰ ਵੇਦਾਂ ਸਿਮਰਤੀ ਵਿੱਚ ਦਰਜ ਕਰਕੇ ਪੱਕੀ ਮੋਹਰ ਲਾਉਂਦਾ ਹੈ। ਭਾਰਤੀ ਧਰਮਾਂ ਨੂੰ ਨਕਾਰਦਿਆਂ ਨੇਕੀ ਤੇ ਬਦੀ ਦਾ ਫੈਸਲਾ ਫੂਲਨ ਨੇ ਖੁਦ ਕੀਤਾ। ਉਹਨੂੰ ਭੇਡਾਂ ਬੱਕਰੀਆਂ ਦੀ ਤਰ੍ਹਾਂ ਜੀਣਾ ਪਸੰਦ ਨਹੀਂ ਆਇਆ। ਉਹ ਸ਼ੇਰਨੀ ਵਾਂਗੂ ਬਣ ਕੇ ਜੀਵੀ ਅਤੇ ਜੰਗਲੀ ਸਮਾਜ ਵਿੱਚ ਸ਼ੇਰਨੀ ਬਣ ਕੇ ਮਰੀ। ਸਾਡੇ ਲਈ ਫੂਲਨ ਦੇਵੀ 21ਵੀਂ ਸਦੀ ਦੀ ਇੱਕ ਅਤ ਸੂਰਬੀਰ ਨਾਇਕਾ ਹੈ, ਜਿਸ ਨੇ ਆਪਣੇ ਦੱਬੇ ਕੁਚਲੇ ਸਮਾਜ ਨਾਲ ਹੁੰਦੀਆਂ ਗੈਰ ਮਨੁੱਖੀ ਜ਼ਿਆਦਤਾਂ ਵਿਰੁੱਧ ਬੰਦੂਕ ਚੁੱਕੀ, ਉੱਚ ਜਾਤੀਆਂ ਨੂੰ ਸਬਕ ਸਿਖਾਇਆ। ਫੂਲਨ ਨੇ ਔਰਤ ਹੋ ਕੇ ਔਰਤ ਉੱਤੇ ਹੁੰਦੇ ਘਿਨਾਉਣੇ ਜ਼ੁਲਮਾਂ ਨੂੰ ਰੋਕਣ ਲਈ ਸਾਬਤ ਕੀਤਾ ਕਿ ਜ਼ੁਲਮ ਜ਼ਿਆਤੀਆਂ ਦਾ ਟਾਕਰਾ ਬੰਦੂਕਾਂ ਤਲਵਾਰਾਂ ਨਾਲ ਕੀਤਾ ਜਾ ਸਕਦਾ ਹੈ। ਫੂਲਨ ਔਰਤ ਹੋ ਕੇ ਵੀ ਦਲਿਤ ਪਛੜੇ ਮਰਦਾਂ ਦੀ ਰਹਿਨੁਮਾ ਸਾਬਤ ਹੋਈ। ਅਸੀਂ ਆਪਣੀ ਮਹਾਨ ਯੋਧਾ ਔਰਤ ਨੂੰ ਕੋਟੀ-ਕੋਟੀ ਨਮਸਕਾਰ ਕਰਦੇ ਹਾਂ। ਸਾਡੀ ਫੂਲਨ ਦੇਵੀ ਅਮਰ ਰਹੇਗੀ। ਉਹਦਾ ਸੰਘਰਸ਼ ਦਲਿਤ ਸਮਾਜ ਨੂੰ ਰੌਸ਼ਨੀ ਦਿੰਦਾ। ਹੁਣ ਦੇਖੋ ਜੀ, ਐਕਟਰੈਸ ਸ੍ਰੀ ਦੇਵੀ ਹੋਈ ਆ ਜੀ, ਉਹ ਸ਼ਰਾਬ ਪੀਤੀ ਹੋਈ ਸੀ, ਪਾਣੀ ਦੇ ਟੱਬ ਦੇ ਵਿੱਚ ਡੁੱਬ ਕੇ ਮਰੀ। ਉਹਦਾ ਕਿੰਨਾ 3 ਦਿਨ ਦੱਸਦੇ ਰਹੇ ਹੈ ਜੀ। ਤੇ ਜਿਹੜੇ ਇਦਾਂ ਦੇ ਸਾਡੀਆਂ ਯੋਧਾ ਆ, ਇਹਨਾਂ ਨੂੰ ਸਨਮਾਨ ਅਸੀਂ ਕਰ ਸਕਦੇ ਹਾਂ। ਬਿਲਕੁਲ ਹੈ ਜੀ। ਤੁਸੀਂ ਹੁਣ ਕਹਿ ਸਕਦੇ ਜੋ ਕਹਿਣਾ ਜੀ। ਇਹਨਾਂ ਨੇ ਬੜਬੱਗਾ ਸਾਹਿਬ ਸਭ ਤੋਂ ਪਹਿਲਾਂ ਤਾਂ ਜਿਹਦਾ ਰਾਜ ਆਉਂਦਾ, ਹਾਂਜੀ, ਉਹ ਜੋ ਕੁਝ ਵੀ ਮਰਜ਼ੀ ਕਰ ਲਵੇ ਉਹ ਠੀਕ ਹੀ ਆ। ਉਹ ਠੀਕ ਹੀ ਕਰਦਾ ਕਹਿੰਦੇ ਆ। ਜਿੱਦਾਂ ਮੈਂ ਕਈ ਵਾਰੀ ਸੋਚਦਾ ਨਾ ਕਿ ਜਿੱਦਾਂ ਫੂਲਾ ਦੇਵੀ ਨੇ ਜਿਗਰਾ ਕਰਕੇ ਆਪਣਾ ਬਦਲਾ ਲਿਆ, ਸਾਰੇ ਜਹਾਨ ਨੂੰ ਇੱਕ ਮਿਸਾਲ ਪੈਦਾ ਕਰਤੀ ਆ ਕਿ ਤੁਹਾਨੂੰ ਉੱਠ ਕੇ ਆਪਣੀ ਸੈਲਫ ਡਿਫੈਂਸ ਜਿਹੜੀ ਆ ਨਾ ਉਹ ਕਰਨੀ ਪੈਣੀ। ਅੱਧਾ ਮਿੰਟ ਰਹਿ ਗਿਆ ਜੀ। ਹਾਂਜੀ, ਉਸ ਲਈ ਜਿਹੜੀ ਉਹ ਸਾਡੇ ਕਲਗੀਧਰ ਪਾਤਸ਼ਾਹ ਨੇ ਸਾਰੇ ਆਪਣੇ ਪਰਿਵਾਰ ਬਾਰ ਕੇ ਇਸ ਕਰਕੇ ਉਹ ਜ਼ੁਲਮ ਨਹੀਂ ਸਹਾਰ ਸਕਿਆ। ਸਾਰਾ ਪਰਿਵਾਰ ਮਾਰਿਆ। ਗੁਰੂ ਤੇਗ ਬਹਾਦਰ ਜੀ ਨੇ ਦੇਖੋ ਕਿੱਦਾਂ ਕੁਰਬਾਨੀ ਦਿੱਤੀ ਹੈ। 6ਵੇਂ ਪਾਤਸ਼ਾਹੀ ਨੇ ਹੁਕਮ ਦੇ ਦਿੱਤਾ ਸੀ ਜਦੋਂ ਨੇ ਗੱਦੀ ਸਾਂਭੀ ਆ, ਵੀ ਆਪਣੇ ਲੜਾਈ ਸਿੱਖੋ, ਘੋੜੇ ਲਿਆਓ, ਸਭ ਕੁਛ ਨਹੀਂ ਸ਼ੁਰੂ ਕਰਤਾ, ਤਾਂ ਤੁਸੀਂ ਤੁਹਾਡਾ ਜਿਹੜੀ ਇੱਜ਼ਤ ਬਚ ਸਕਦੀ ਆ। ਸਾਡੇ ਵੀ ਅਸੀਂ ਤਾਂ ਕਹਿੰਦੇ ਹਾਂ, ਮੈਂ ਤਾਂ ਕੋਟੀ ਪ੍ਰਣਾਮ ਕਰਦਾ ਇਸ ਨੂੰ। ਸਾਨੂੰ ਝੰਜੋੜਿਆ ਤਾਂ ਕਿ ਅਸੀਂ ਕੁਝ ਸਿੱਖੀਏ। ਸੋ ਦਰਸ਼ਕੋ ਦੇਖੋ, ਇਹ ਜਿਹੜੀਆਂ ਅਸੀਂ ਆਪਣੇ ਸੂਰਬੀਰਾਂ ਦੀਆਂ ਗਾਥਾਂ ਆ, ਕਹਾਣੀਆਂ ਸੱਚੀਆਂ, ਇਹ ਤੁਹਾਨੂੰ ਇਹ ਕਾਂਸ਼ੀ ਟੀਵੀ ਦੇ ਥਰੂ, ਤੁਸੀਂ ਕਾਂਸ਼ੀ ਟੀਵੀ ਨਾਲ ਜੁੜੋ, ਇਹਦੀ ਮਦਦ ਕਰੋ ਤੇ ਪ੍ਰਮਾਤਮਾ ਤੁਹਾਡੇ ਤੇ ਸਾਰੇ ਤੇ ਮਿਹਰ ਕਰੇ। ਉਮੀਦ ਹੈ ਕਿ ਤੁਸੀਂ ਇਹ ਪ੍ਰੋਗਰਾਮ ਲਾਈਕ ਕੀਤਾ। ਅਗਲੇ ਸੈਟਰਡੇ ਫਿਰ ਮਿਲਾਂਗੇ। ਜੈ ਗੁਰਦੇਵ।